ਸਾਡੇ YouTube ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਵੈਦਿਕ ਪੀਰੀਅਡ। ਵੈਦਿਕ ਪੀਰੀਅਡ ਜਾਂ ਵੈਦਿਕ ਕਾਲ ਜਾਂ ਆਰੀਅਨ ਦਾ ਸਮਾਂ, ਇਹ ਟੌਪਿਕ ਨੂੰ ਜਾਣਿਆ ਜਾਂਦਾ ਹੈ। ਇਸ ਟੌਪਿਕ ਦੇ ਵਿੱਚ ਜਿਹੜੇ ਹੈਗੇ ਅਸੀਂ ਦੋ ਭਾਗ ਬਣਾਏ ਹੋਏ ਹੈ। ਅੱਜ ਆਪਾਂ ਇਹਦਾ ਪਹਿਲਾ ਭਾਗ ਕਰਾਂਗੇ। ਸਾਡੇ ਨਾਲ ਜੁੜੇ ਸਾਰੇ ਹੀ ਦੋਸਤਾਂ ਦਾ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਆ ਬੱਚੇ ਵੈਦਿਕ ਕਾਲ। ਅਸੀਂ ਵੈਦਿਕ ਕਾਲ ਦੇ ਬਾਰੇ ਜਾਣਾਂਗੇ ਕਿ ਜਿਹੜਾ ਵੈਦਿਕ ਕਾਲ ਹੈ ਇਹਦੇ 'ਤੇ ਜਿਹੜੇ ਹੈਗੇ ਆ, ਸਭ ਤੋਂ ਪਹਿਲਾਂ ਤਾਂ ਇਹਦਾ ਸਮਾਂ ਜਿਹੜਾ 1500 ਤੋਂ ਇਹ ਵਾਲਾ ਜਿਹੜਾ ਤੁਹਾਨੂੰ ਦਿਖ ਰਿਹਾ 1000 ਈਸਵੀ। ਇਹਦੇ ਵਿੱਚ ਕੀ ਹੈ ਬੱਚੇ ਜੀ, ਤੁਹਾਡੇ ਜਿਹੜੇ ਹੈਗੇ ਆ ਦੋ ਤਰ੍ਹਾਂ ਦੇ ਇੱਥੇ ਵਿਚਾਰ ਸਾਂਝੇ ਕੀਤੇ ਜਾਂਦੇ ਆ ਇਤਿਹਾਸਕਾਰਾਂ ਦੁਆਰਾ। ਇੱਕ 1750 ਤੋਂ 1100 ਈਸਵੀ, ਇੱਕ 1500 ਤੋਂ 1000 ਈਸਵੀ। ਮੈਕਸ ਮੂਲਰ ਹੈ ਜਿਹੜਾ, ਉਹ ਆਰੀਆ ਦਾ ਮੁੱਖ ਸਥਾਨ ਮੱਧ ਏਸ਼ੀਆ ਦੱਸਦਾ। ਇਹ ਕੁਐਸਚਨ ਸਾਨੂੰ ਬਹੁਤ ਵਾਰ ਆਇਆ। ਆਪਾਂ ਜਿਹੜਾ ਸਮਾਂ ਹੈ ਉਹ 1500 ਤੋਂ 1000 ਈਸਵੀ ਮੰਨ ਕੇ ਚੱਲਦੇ ਹਾਂ, ਕਿਉਂਕਿ ਇਹ ਨੋਟਸ ਆ ਜਿਹੜੇ ਬਹੁਤ ਕਿਤਾਬਾਂ ਦੇ ਵਿੱਚੋਂ ਲਏ ਗਏ ਆ ਅਤੇ ਜ਼ਿਆਦਾਤਰ ਬੁੱਕਸ ਦੇ ਵਿੱਚ ਜਿਹੜਾ ਹੈਗਾ 1500 ਤੋਂ 1000 ਈਸਵੀ ਆਉਂਦਾ। ਵੈਸੇ ਸਮਾਂ ਤੁਹਾਨੂੰ ਜਿਹੜਾ ਹੈਗਾ ਪੁੱਛਿਆ ਨਹੀਂ ਜਾ ਸਕਦਾ ਐਗਜ਼ਾਮ ਦੇ ਵਿੱਚ, ਪਰ ਸਦੀਆਂ ਦੇ ਨਾਲ ਜੁੜਨ ਦੇ ਲਈ, ਇਤਿਹਾਸ ਦੇ ਨਾਲ ਜੁੜਨ ਦੇ ਲਈ ਸਾਡੇ ਲਈ ਸਮਾਂ ਜਿਹੜਾ ਉਹ ਪੁੱਛਣਾ ਜ਼ਰੂਰੀ ਹੈ, ਕਿਉਂਕਿ ਵੈਦਿਕ ਕਾਲ ਹੈ ਜਿਹੜਾ ਇੱਕ ਚਰਚਾ ਦਾ ਵਿਸ਼ਾ ਹੈ ਸਮੇਂ ਨੂੰ ਲੈ ਕੇ। ਸੋ ਮੈਕਸ ਮੂਲਰ ਹੈ ਜਿਹੜਾ, ਇਹਦਾ ਸਭ ਤੋਂ ਸਾਡੇ ਲਈ ਜਿਹੜਾ ਇੰਪੋਰਟੈਂਟ ਕੁਐਸਚਨ ਇਹ ਬਣਦਾ ਇੱਥੇ ਕਿ ਮੈਕਸ ਮੂਲਰ ਦੇ ਅਨੁਸਾਰ ਆਰੀਅਨ ਕਿੱਥੋਂ ਦੇ ਵਾਸੀ ਸੀ। ਕਿੱਥੋਂ ਦੇ ਸੀਗੇ ਜੀ? ਮੱਧ ਏਸ਼ੀਆ ਦੇ। ਮੱਧ ਏਸ਼ੀਆ ਕੀ ਹੈਗਾ ਕਿ ਜਿਹੜਾ ਸਾਡਾ ਮੱਧ ਏਸ਼ੀਆ ਦਾ ਹਿੱਸਾ ਹੈ, ਉੱਥੋਂ ਲੋਕ, ਇਹਦੀ ਵਿਚਾਰਧਾਰਾ ਜਿਹੜੀ ਮੈਕਸ ਮੂਲਰ ਦੀ, ਉਹ ਕੀ ਕਹਿੰਦਾ ਕਿ ਮੱਧ ਏਸ਼ੀਆ ਦਾ ਜਿਹੜਾ ਹਿੱਸਾ ਹੈ ਸਾਡਾ, ਉੱਥੋਂ ਲੋਕ ਜਿਹੜੇ ਹੈਗੇ ਉਹ ਮੂਵ ਹੋ ਕੇ, ਉੱਥੋਂ ਸ਼ਿਫਟ ਹੋ ਕੇ ਮੌਜੂਦਾ ਇਰਾਕ, ਈਰਾਨ ਵਾਲੀ ਸਾਈਡ ਤੋਂ, ਜਿਹਨੂੰ ਆਪਾਂ ਅਫਗਾਨਿਸਤਾਨ ਕਹਿੰਦੇ ਹਾਂ, ਉਹ ਉਦੋਂ ਪਾਰਟ ਆਫ ਇੰਡੀਆ ਅਫਗਾਨਿਸਤਾਨ, ਅਤੇ ਉਹਨੂੰ ਜਿਹੜਾ ਹੈਗਾ ਕਿ ਉਹ ਮੱਧ ਏਸ਼ੀਆ ਤੋਂ ਇਸ ਰਸਤਿਆਂ ਦੇ ਥਰੂ ਆਪਣੇ ਜਿਹੜੇ ਹੈਗੇ ਆ ਭਾਰਤ ਦੇ ਵਿੱਚ ਦਾਖਲ ਹੋਏ। ਸੋ ਇਹ ਵਿਚਾਰ ਹੈ ਜਿਹੜਾ ਮੈਕਸ ਮੂਲਰ ਦਾ, ਬਹੁਤ ਹੀ ਸੰਸਾਰ ਪੱਧਰੀ ਪ੍ਰਸਿੱਧ ਹੈ ਅਤੇ ਜ਼ਿਆਦਾਤਰ ਇਹ ਮੰਨਿਆ ਜਾਂਦਾ। ਉਸ ਤੋਂ ਬਾਅਦ 'ਚ ਹੋਰ ਖੋਜਾਂ ਹੋਈਆਂ, ਕੀ ਵਿਚਾਰ, ਉਹਨਾਂ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਅੱਗੇ ਸਾਡੇ ਲਈ ਇੱਕ ਇੰਪੋਰਟੈਂਟ ਜਿਹੜੀ ਹੈਗੀ ਹੈ ਗੱਲ ਇਹ ਹੈ ਕਿ ਜਿਹੜੇ ਹੈਗੇ ਆ ਇਹ ਨੋਟਸ ਤੁਹਾਨੂੰ ਜਿਹੜੇ ਹੈਗੇ ਆ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾਏ ਜਾਣਗੇ ਆਫਟਰ 1 ਮੰਥ। 1 ਮਹੀਨਾ ਤੁਹਾਨੂੰ ਸਾਡੀਆਂ ਕਲਾਸਾਂ ਨਾਲ ਜੁੜਨਾ ਪਊਗਾ। ਸਾਡੀ ਹੈਲਪ ਤੁਸੀਂ ਕਰ ਸਕਦੇ ਹੋ ਸਾਡੇ ਚੈਨਲ ਨੂੰ ਸ਼ੇਅਰ ਕਰਕੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ, ਹੋਰਾਂ ਤੋਂ ਸਾਡਾ ਚੈਨਲ ਸਬਸਕ੍ਰਾਈਬ ਕਰਾ ਕੇ, ਸਾਡੇ ਚੈਨਲ ਨੂੰ ਸ਼ੇਅਰ ਕਰਕੇ, ਤਾਂ ਕਿ ਜਿਹੜੀ ਹੈਗੀ ਹੈ ਐਜੂਕੇਸ਼ਨ ਦੀ ਜਿਹੜੀ ਇੱਕ ਲੀਹ ਤੋਰੀ ਆਪਾਂ ਵੱਧ ਤੋਂ ਵੱਧ ਬੱਚਿਆਂ ਦੇ ਵਿੱਚ ਪਹੁੰਚ ਸਕੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ NCERT, ਲੋਇਸੈਂਟ, ਪੰਜਾਬ ਬੋਰਡ ਨਾਲ ਰਿਲੇਟਡ ਕਿਤਾਬਾਂ, ਸਾਰੀਆਂ ਬੁੱਕਸ ਦਾ ਨਿਚੋੜ ਹੈ ਨੋਟਸਾਂ ਦੇ ਵਿੱਚ। ਸੋ ਸਾਡੇ ਨਾਲ ਜੁੜੇ ਰਹੋ ਅਤੇ ਜਿਹੜੀ ਹੈਗੀ ਆਪਦੇ ਐਗਜ਼ਾਮ ਦੀ ਤਿਆਰੀ ਕਰਦੇ ਰਹੋ। ਮਾਸਟਰ ਕੇਡਰ ਦੇ ਅਤੇ PTET ਦੇ ਲਈ 100% ਜਿਹੜੇ ਹੈਗੇ ਹੈਲਪਫੁੱਲ ਆ ਤੁਹਾਡੇ ਲਈ। ਜਿਹੜੀਆਂ PSPCL ਹੈ ਜਾਂ ਪੰਜਾਬ ਪੁਲਿਸ ਹੈ, ਜੇਲ੍ਹ ਵਾਰਡਨ ਹੈ, ਪੰਜਾਬ ਪਟਵਾਰੀ ਹੈ, ਆਦਿ ਐਗਜ਼ਾਮ ਹੈ, ਉਹਨਾਂ ਦੇ ਲਈ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਨੁਗਾਇਚ ਹੈ। ਠੀਕ ਹੈ ਜੀ, ਉਹਦੇ ਲਈ ਤਾਂ ਭਾਵ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਗਹਿਰਾਈ ਦੇ ਨਾਲ ਤੁਹਾਡੀ ਹੈਲਪ ਕਰਨਗੇ ਨੋਟਸ। ਬਾਕੀ ਜਿਹੜੇ ਵੀ ਐਗਜ਼ਾਮ ਹੈ, ਚਾਹੇ ਉਹ ਬੈਂਕ ਹੈ, ਚਾਹੇ ਰੇਲਵੇ ਹੈ, ਜਿਹਦੇ ਵਿੱਚ ਵੀ ਤੁਹਾਨੂੰ ਕੁਐਸਚਨ ਆਉਂਦੇ ਆ ਹਿਸਟਰੀ ਨਾਲ ਰਿਲੇਟਡ, ਜਿੰਨੇ ਵੀ ਆਉਂਦੇ ਆ 4, 5, 10, ਉਹਦੇ ਲਈ ਟੂ ਮੱਚ ਹੈਲਪਫੁੱਲ ਹੈ। ਮਾਸਟਰ ਕੇਡਰ ਦੇ ਲਈ ਤੁਹਾਡੇ ਲਈ ਇਹ ਕੀ ਹੈ, ਮੈਂ ਤੁਹਾਨੂੰ ਕਹਿ ਸਕਦਾ ਕਿ ਤੁਸੀਂ 150 ਦੇ ਵਿੱਚੋਂ 140-45 ਨੰਬਰ ਆਰਾਮ ਨਾਲ ਲੈ ਜਾ ਸਕਦੇ ਹੋ ਜੇ ਨੋਟਸਾਂ ਦੇ ਨਾਲ ਧਿਆਨ ਕਰੋਗੇ, ਨੋਟਸਾਂ ਦੇ ਨਾਲ ਜੁੜੋਗੇ। ਇਸ ਤੋਂ ਪਹਿਲਾਂ ਥਿਊਰੀ ਤੁਹਾਡੇ ਲਈ ਜ਼ਰੂਰੀ ਹੈ ਅਤੇ ਅਸੀਂ ਜਿਹੜੀ ਹੈਗੀ ਆ ਕਲਾਸ ਦੇ ਵਿੱਚ ਤੁਹਾਨੂੰ ਥਿਊਰੀ ਵੀ ਔਰ ਜਿਹੜੇ ਹੈਗੇ ਆ ਦੱਸਦੇ ਰਹਾਂਗੇ। ਸੋ ਆਓ ਆਪਾਂ ਹੁਣ ਅੱਗੇ ਪੜ੍ਹਦੇ ਹਾਂ। ਭੋਗਸ ਕੋਈ ਸ਼ਿਲਾਲੇਖ ਹੈ, ਉਸ ਤੋਂ ਪਤਾ ਲੱਗਦਾ ਕਿ ਆਰੀਆ ਜਿਹੜੇ ਹੈਗੇ ਆ ਉਹ ਮੱਧ ਏਸ਼ੀਆ ਦੇ ਵਾਸੀ ਸਨ। ਭੋਗਸ ਕੋਈ, ਠੀਕ ਹੈ ਜੀ। ਕਿਹੜੇ ਸ਼ਿਲਾਲੇਖ ਤੋਂ, ਹੁਣ ਕੁਐਸਚਨ ਦੇਖੋ ਇੱਥੇ ਕਿੰਨੇ ਬਣਦੇ। ਧਿਆਨ ਦੇਣ ਲਈ ਇਹ ਗੱਲ ਹੈ ਕਿ ਕਿਹੜਾ ਸ਼ਿਲਾਲੇਖ ਹੈ ਜਿਸ ਤੋਂ ਇਹ ਪਤਾ ਲੱਗਦਾ ਕਿ ਆਰੀਅਨ ਹੈ ਜਿਹੜੇ ਮੱਧ ਏਸ਼ੀਆ ਦੇ ਵਾਸੀ ਸੀ। ਉਹ ਸ਼ਿਲਾਲੇਖ ਦਾ ਨਾਮ ਕੀ ਹੈ ਜੀ? ਭੋਗਸ ਕੋਈ। ਦੂਜਾ ਕੁਐਸਚਨ ਤੁਹਾਨੂੰ ਬਣ ਸਕਦਾ ਹੈ, ਭੋਗਸ ਕੋਈ ਸ਼ਿਲਾਲੇਖ ਅਨੁਸਾਰ ਆਰੀਅਨ ਕਿੱਥੋਂ ਦੇ ਵਾਸੀ ਸੀ? ਮੱਧ ਏਸ਼ੀਆ ਦੇ। ਠੀਕ ਹੈ ਜੀ। ਮੱਧ ਏਸ਼ੀਆ ਨਾਲ ਰਿਲੇਟਡ ਸ਼ਿਲਾਲੇਖ ਕਿਹੜਾ ਹੈ? ਤੁਹਾਨੂੰ ਥੱਲੇ ਨੀਚੇ ਦੇ ਦੇਣਗੇ ਅਸ਼ੋਕ, ਠੀਕ ਹੈ ਜੀ, ਹੋਰ ਨਾਮ ਦੇ ਦੇਣਗੇ, ਹੋਰ ਆਦਿ ਸ਼ਿਲਾਲੇਖਾਂ ਦੇ ਨਾਮ ਦੇ ਦੇਣਗੇ, ਤਾਂ ਤੁਹਾਨੂੰ ਉਹਦੇ ਵਿੱਚ ਆਪਸ਼ਨ ਦੇ ਦੇਣਗੇ ਭੋਗਸ ਕੋਈ। ਤਾਂ ਕਰਕੇ ਭੋਗਸ ਕੋਈ ਸ਼ਿਲਾਲੇਖ ਨੂੰ ਯਾਦ ਰੱਖਣਾ ਸਾਡੇ ਲਈ ਜ਼ਰੂਰੀ ਹੈ।
ਇੱਕ ਸੋਰਸ ਹੈ ਇਹ ਜਿਹੜਾ ਸਾਨੂੰ ਸਾਇੰਟੀਫਿਕ ਮਿਲਦਾ। ਦਇਆਨੰਦ ਸਰਸਵਤੀ ਹੈ ਜੀ। ਦਇਆਨੰਦ ਸਰਸਵਤੀ ਆਪਣੇ ਜਿਹੜੇ ਹੈਗੇ ਲਿਖੇ ਸਤਿਆਰਥ ਪ੍ਰਕਾਸ਼ ਵਿੱਚ ਆਰੀਆ ਨੂੰ ਤਿੱਬਤ ਦੇ ਵਾਸੀ ਮੰਨਦਾ। ਠੀਕ ਹੈ ਜੀ। ਦਇਆਨੰਦ ਸਰਸਵਤੀ ਹੈ ਜਿਹੜੇ, ਉਹਨਾਂ ਨੇ ਇੱਕ ਗ੍ਰੰਥ ਲਿਖਿਆ ਜਿਹਦਾ ਨਾਮ ਹੈ ਸਤਿਆਰਥ ਪ੍ਰਕਾਸ਼। ਉਹ ਆਰੀਅਨ ਨੂੰ ਉਹਦੇ ਵਿੱਚ ਜਿਹੜੇ ਹੈਗੇ ਆ ਤਿੱਬਤ ਦੇ ਵਾਸੀ ਮੰਨਦਾ। ਦਇਆਨੰਦ ਸਰਸਵਤੀ ਕੌਣ ਹੈ? ਦਇਆਨੰਦ ਸਰਸਵਤੀ ਹੈ ਜਿਹੜਾ ਇੱਕ ਲੇਖਾਕਾਰ ਹੈ ਜਿਹਨੇ ਇੱਕ ਗ੍ਰੰਥ ਲਿਖਿਆ ਸਤਿਆਰਥ ਪ੍ਰਕਾਸ਼। ਠੀਕ ਹੈ ਜੀ। ਅਤੇ ਸਤਿਆਰਥ ਪ੍ਰਕਾਸ਼ ਕਿਹਦੀ ਰਚਨਾ ਹੈ? ਦਇਆਨੰਦ ਸਰਸਵਤੀ ਦੀ। ਠੀਕ ਹੈ ਜੀ। ਆਰੀਅਨ ਨੂੰ ਤਿੱਬਤ ਦੇ ਵਾਸੀ ਕੌਣ ਮੰਨਦਾ ਹੈ? ਦਇਆਨੰਦ ਸਰਸਵਤੀ। ਤਿੱਬਤ ਜਿਹੜਾ ਚੀਨ ਅਤੇ ਤੁਸੀਂ ਪੰਚਸ਼ੀਲ ਦੇ ਸਮਝੌਤੇ ਬਾਰੇ ਸੁਣਿਆ ਹੋਊਗਾ। ਭਾਰਤ ਦੇ ਵਿੱਚ ਕਾਫੀ ਕਲੈਸ਼ ਰਿਹਾ ਚੀਨ ਅਤੇ ਭਾਰਤ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ, ਉਸ ਤਿੱਬਤ ਦੀ ਗੱਲ ਕੀਤੀ। ਅੱਗੇ ਆਪਾਂ ਮੈਪ ਦੇ ਵਿੱਚ ਜਿਹੜੇ ਹੈਗੇ ਆ ਇਹਨਾਂ ਦੇ ਆਉਣ ਦੇ ਅਤੇ ਇਹਨਾਂ ਦਾ ਜਿਹੜਾ ਖੇਤਰ ਸੀ ਜਾਂ ਇਹਨਾਂ ਦਾ ਜਿਹੜਾ ਦਾਇਰਾ ਸੀ ਆਰੀਅਨ ਦਾ, ਉਹ ਸਾਰਾ ਕੁਛ ਦੇਖਾਂਗੇ। ਹੁਣ ਦੇਖੋ ਇਹਦੇ 'ਚ ਕੀ ਹੈ ਕਿ ਜਿਹੜਾ ਕੁਐਸਚਨ ਦੇਖੋ ਕਿੰਨੇ ਬਣਦੇ। ਦਇਆਨੰਦ ਸਰਸਵਤੀ ਨੇ ਕਿਸ ਦੀ ਰਚਨਾ ਕੀਤੀ? ਸਤਿਆਰਥ ਪ੍ਰਕਾਸ਼ ਦੀ। ਸਤਿਆਰਥ ਪ੍ਰਕਾਸ਼ ਕਿਸ ਨੇ ਲਿਖਿਆ? ਦਇਆਨੰਦ ਸਰਸਵਤੀ ਨੇ। 2 ਕੁਐਸਚਨ ਹੋ ਗਏ। ਤਿੱਬਤ ਦੇ ਵਾਸੀ ਕੌਣ ਮੰਨਦਾ? ਦਇਆਨੰਦ ਸਰਸਵਤੀ। ਕਿਸ ਗ੍ਰੰਥ ਦੇ ਵਿੱਚ ਆਰੀਅਨ ਨੂੰ ਤਿੱਬਤ ਦੇ ਵਾਸੀ ਕਿਹਾ ਜਾਂਦਾ ਹੈ? ਸਤਿਆਰਥ ਪ੍ਰਕਾਸ਼ ਦੇ ਵਿੱਚ। ਠੀਕ ਹੈ ਜੀ। ਸਤਿਆਰਥ ਪ੍ਰਕਾਸ਼ ਦੇ ਵਿੱਚ ਤਿੱਬਤ ਦੇ ਵਾਸੀ ਕੌਣ ਹਨ? ਆਰੀਅਨ। ਇੰਨੇ ਕੁਐਸਚਨ ਆਪਾਂ ਇਹਦੇ ਵਿੱਚੋਂ ਲੱਭ ਸਕਦੇ ਹਾਂ। ਗੰਗਾਧਰ ਅੱਗੇ ਕੁਐਸਚਨ ਹੈਗਾ ਜੀ ਆਪਣਾ ਕਿ ਗੰਗਾਧਰ ਹੈ ਜਿਹੜਾ, ਗੰਗਾਧਰ ਤਿਲਕ। ਠੀਕ ਹੈ ਜੀ। ਬਾਲ ਗੰਗਾਧਰ ਤਿਲਕ ਦੀ ਗੱਲ ਹੋ ਰਹੀ ਹੈ ਇੱਥੇ। ਬਾਲ ਗੰਗਾਧਰ ਤਿਲਕ ਹੈ ਜਿਹੜਾ, ਹਾਂਜੀ, ਜਿਹੜਾ ਬਾਲ ਗੰਗਾਧਰ ਤਿਲਕ ਹੈਗਾ, ਇਹ ਜਿਹੜੇ ਮਾਡਰਨ ਆਧੁਨਿਕ ਇੱਕ ਫਰੀਡਮ ਫਾਈਟਰ ਹੋਏ ਆ, ਜਿਹਦੇ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ। ਅੱਗੇ ਆਪਾਂ ਪੜ੍ਹਾਂਗੇ ਜਦੋਂ ਇੱਥੋਂ ਤੱਕ ਪਹੁੰਚ ਗਏ ਇਹਨਾਂ ਬਾਰੇ ਡਿਟੇਲ ਦੇ ਵਿੱਚ। ਤਾਂ ਬਾਲ ਗੰਗਾਧਰ ਤਿਲਕ ਹੈ ਜਿਹੜਾ, ਉਹਨਾਂ ਨੇ ਇੱਕ ਰਚਨਾ ਕੀਤੀ ਆਰਕਟਿਕ ਹੋਮ। ਇਹਦੇ ਵਿੱਚ ਉਹ ਕੀ ਹੈ? ਉਹ ਕਹਿੰਦਾ ਉੱਤਰੀ ਧਰੁਵ ਦੇ ਵਾਸੀ ਸੀ। ਹੁਣ ਉੱਤਰੀ ਧਰੁਵ ਕਿਹਨੂੰ ਕਿਹਾ ਜਾਂਦਾ ਬੱਚੇ? ਕਿ ਇੱਥੋਂ ਦੇ ਹੀ ਵਾਸੀ ਸੀ। ਠੀਕ ਹੈ। ਜਿੱਥੇ ਉਹ ਰਹਿ ਰਹੇ ਸੀ ਉੱਤਰੀ ਧਰੁਵ ਦੇ ਵਿੱਚ, ਮੌਜੂਦਾ ਪੰਜਾਬ, ਪਾਕਿਸਤਾਨ, ਅਫਗਾਨਿਸਤਾਨ ਦਾ ਇਲਾਕਾ ਜਿਹੜਾ ਇਹ, ਜੰਮੂ ਕਸ਼ਮੀਰ, ਹਿਮਾਚਲ ਦਾ ਇਲਾਕਾ ਹੈ, ਇਹ ਕਹਿੰਦਾ ਇੱਥੋਂ ਦੇ ਹੀ ਵਾਸੀ ਸੀ। ਉੱਤਰੀ ਧਰੁਵ ਦੇ ਵਾਸੀ ਮੰਨਦਾ। ਇਹ ਕਹਿੰਦਾ ਵੀ ਇਹ ਕਿਤੋਂ ਨਹੀਂ ਆਏ, ਇੱਥੇ ਡਿਵੈਲਪ ਹੋਏ ਹੈ ਅਤੇ ਇੱਥੇ ਇਹ ਸੱਭਿਅਤਾ ਡਿਵੈਲਪ ਹੋਈ ਹੈ। ਗੰਗਾਧਰ ਤਿਲਕ ਨੇ ਆਪਣੀ ਰਚਨਾ ਆਰਕਟਿਕ ਹੋਮ ਦੇ ਵਿੱਚ ਇਹ ਕਿਹਾ। ਠੀਕ ਹੈ ਜੀ। ਹੁਣ ਕੁਐਸਚਨ ਦੇਖੋ ਇੱਥੇ ਕੌਣ ਕਿੰਨੇ ਬਣ ਸਕਦੇ ਆ ਸਾਡੇ ਲਈ। ਆਰਕਟਿਕ ਹੋਮ ਕਿਸ ਦੀ ਰਚਨਾ ਹੈ? ਗੰਗਾਧਰ ਤਿਲਕ ਦੀ। ਠੀਕ ਹੈ ਜੀ। ਗੰਗਾਧਰ ਤਿਲਕ ਨੇ ਕਿਸ ਰਚਨਾ ਦੇ ਵਿੱਚ ਆਰੀਅਨ ਨੂੰ ਉੱਤਰੀ ਧਰੁਵ ਦੇ ਕਿਹਾ? ਆਰਕਟਿਕ ਹੋਮ ਦੇ ਵਿੱਚ। ਠੀਕ ਹੈ ਜੀ। ਕਿਹੜਾ ਜਿਹੜਾ ਹੈਗਾ ਇਤਿਹਾਸਕਾਰ ਜਾਂ ਕਿਹੜਾ ਜਿਹੜਾ ਹੈਗਾ ਰਚਨਾਕਾਰ ਹੈ ਜਿਹੜਾ ਜਾਂ ਲੇਖਾਕਾਰ ਹੈ, ਉਹ ਉੱਤਰੀ ਧਰੁਵ ਦੇ ਵਾਸੀ ਮੰਨਦਾ ਆਰੀਅਨ ਨੂੰ? ਤਾਂ ਗੰਗਾਧਰ ਤਿਲਕ ਹੈ। ਠੀਕ ਹੈ ਜੀ। ਆਰਕਟਿਕ ਹੋਮ ਦੇ ਵਿੱਚ ਆਰੀਅਨ ਨੂੰ ਕੀ ਕਿਹਾ ਗਿਆ ਹੈ? ਉੱਤਰੀ ਧਰੁਵ ਦੇ ਵਾਸੀ। ਠੀਕ ਹੈ ਜੀ। ਉੱਤਰੀ ਧਰੁਵ ਦੇ ਵਾਸੀ ਕੌਣ ਮੰਨੇ ਜਾਂਦੇ ਆ? ਆਰੀਅਨ। ਕਿਹਦੇ ਦੁਆਰਾ ਮੰਨੇ ਜਾਂਦੇ ਆ? ਗੰਗਾਧਰ ਤਿਲਕ ਦੁਆਰਾ। ਕਿਹਦੀ ਰਚਨਾ 'ਚ ਮੰਨੇ ਜਾਂਦੇ ਆਰਕਟਿਕ ਹੋਮ ਦੇ ਵਿੱਚ? ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ। ਅੱਗੇ ਹੈਗਾ ਜੀ ਸਾਡਾ, ਸਭ ਤੋਂ ਪਹਿਲਾਂ ਆਰੀਆ ਪੰਜਾਬ ਦੇ ਅਫਗਾਨਿਸਤਾਨ ਵਿੱਚ ਵਸੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਆਰੀਆ ਪੰਜਾਬ ਦੇ ਅਫਗਾਨਿਸਤਾਨ ਵਿੱਚ ਵਸੇ ਅਤੇ ਇਹਨਾਂ ਨੇ ਪੰਜਾਬ ਨੂੰ ਸਪਤ ਸਿੰਧੂ ਦਾ ਨਾਂ ਦਿੱਤਾ। ਹੁਣ ਦੇਖੋ ਆਪਾਂ ਇੱਥੇ ਅਫਗਾਨਿਸਤਾਨ ਸ਼ਬਦ ਇਹ ਵਰਤਿਆ ਤਾਂ ਕਿ ਤੁਹਾਨੂੰ ਪਤਾ ਲੱਗ ਜੇ। ਹਾਲਾਂਕਿ ਇਹ ਉਦੋਂ ਪਾਰਟ ਆਫ ਪੰਜਾਬ ਹੈ। ਠੀਕ ਹੈ। ਹਾਲਾਂਕਿ ਜਿਹੜਾ ਹੈਗਾ ਅਫਗਾਨਿਸਤਾਨ, ਇਹ ਉਸ ਸਮੇਂ ਪਾਰਟ ਆਫ ਪੰਜਾਬ ਹੈ, ਪੰਜਾਬ ਹੀ ਹੈ। ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਹੈ, ਸਭ ਤੋਂ ਪਹਿਲਾਂ ਆ ਕੇ ਵਸੇ ਇਹ ਪੰਜਾਬ ਦੇ ਅਫਗਾਨਿਸਤਾਨ, ਈਰਾਨ ਦੇ ਥਰੂ ਜਿਹੜਾ ਹੈਗਾ ਰਸਤਿਆਂ ਦੇ ਥਰੂ ਐਂਟਰ ਹੁੰਦੇ ਆ ਅਫਗਾਨਿਸਤਾਨ ਦੇ ਵਿੱਚ। ਇੱਥੇ ਵੱਸਦੇ ਕਿਉਂ, ਇਹਦੇ ਬਾਰੇ ਆਪਾਂ ਅੱਗੇ ਵਿਚਾਰ ਚਰਚਾ ਕਰਦੇ ਹਾਂ। ਹੁਣ ਪਹਿਲਾਂ ਇਹ 'ਚੋਂ ਕੁਐਸਚਨ ਦੇਖੋ, ਕਲੀਅਰ ਕਰੋ ਕਿ ਕਿੱਥੇ ਆ ਕੇ ਵਸੇ? ਪੰਜਾਬ ਦੇ ਵਿੱਚ। ਠੀਕ ਹੈ ਜੀ। ਕਿੱਥੇ ਆ ਕੇ ਵਸੇ? ਉੱਥੇ ਤੁਹਾਨੂੰ ਜੇ ਅਫਗਾਨਿਸਤਾਨ ਦਾ ਇਲਾਕਾ ਜਾਂ ਪੰਜਾਬ ਅਤੇ ਅਫਗਾਨਿਸਤਾਨ ਦਾ ਇਲਾਕਾ ਇਹ ਆਪਸ਼ਨ ਆਉਂਦੀ ਹੈ ਤਾਂ ਇਹ ਵੀ ਸਹੀ ਹੈ। ਆਰੀਅਨ ਜਿਹੜੇ ਹੈਗੇ ਆ, ਆਰੀਅਨ ਨੇ ਪੰਜਾਬ ਨੂੰ ਕੀ ਨਾਂ ਦਿੱਤਾ? ਇਹ ਤਾਂ ਬਹੁਤ ਵਾਰ ਕੁਐਸਚਨ ਆਇਆ ਹੋਇਆ, ਸਿੰਪਲੀ ਜੀ ਕੁਐਸਚਨ ਹੈ ਕਿ ਉਹਨਾਂ ਨੇ ਪੰਜਾਬ ਨੂੰ ਸਪਤ ਸਿੰਧੂ ਦਾ ਨਾਂ ਦਿੱਤਾ। ਸਪਤ ਸਿੰਧੂ ਕੀ ਹੈ ਜੀ? ਸਪਤ ਸਿੰਧੂ ਕੀ ਹੈ? 7 ਦਰਿਆਵਾਂ ਦੀ ਧਰਤੀ। ਠੀਕ ਹੈ। 7 ਰਿਵਰਸ ਜਾਂ 7 ਦਰਿਆ। 7 ਰਿਵਰਸ ਜਾਂ 7 ਦਰਿਆਵਾਂ ਦੀ ਧਰਤੀ। ਹੁਣ ਦੇਖੋ ਇਹ ਸੱਭਿਅਤਾ ਬਾਰੇ ਆ ਗਿਆ। ਸੱਭਿਅਤਾ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਕੀ ਗੱਲ ਕਰਦੇ ਹਾਂ ਕਿ ਜਿਹੜੇ ਇਹ ਆਰੀਅਨ ਹੈ, ਇਹ ਇੱਥੇ ਕਿਉਂ ਆਏ? ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਅੱਗੇ ਗੱਲ ਕਰਾਂਗੇ, ਆਏ ਕਿਉਂ ਇਹ? ਸਾਡੇ ਕੋਈ ਕੁਐਸਚਨ ਇਹ ਪੁੱਟ ਹੁੰਦਾ ਕਿ ਇੱਥੇ ਆਏ ਕਿਉਂ? ਕਿਉਂਕਿ ਜਿਹੜੇ ਆਰੀਅਨ ਹੈ, ਜਦੋਂ ਕਿਤੇ ਵੀ ਕੋਈ ਜਿਹੜੇ ਹੈਗੇ ਨੈਚੁਰਲ ਸੋਰਸ
ਖਤਮ ਹੋ ਜਾਣ ਜਾਂ ਨੈਚੁਰਲ ਰਿਸੋਰਸਾਂ ਦੀ ਬਹੁਤ ਜ਼ਿਆਦਾ ਕਮੀ ਹੋਵੇ, ਠੀਕ ਹੈ ਜੀ, ਅਤੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਹੂਲਤਾਂ ਨਾ ਮਿਲਦੀਆਂ ਹੁਣ। ਜਿਵੇਂ ਕਿ ਉਸ ਸਮੇਂ 'ਤੇ ਆਪਾਂ ਗੱਲ ਕਰੀਏ ਤਾਂ ਪਾਣੀ ਬਹੁਤ ਵੱਡੀ ਜਿਹੜੀ ਹੈਗੀ ਹੈ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ, ਨੀਡ ਸੀ ਲੋਕਾਂ ਦੀ, ਬਹੁਤ ਵੱਡੀ ਲੋੜ ਸੀ, ਠੀਕ ਹੈ। ਪਾਣੀ ਜਿਹੜੇ ਆਰੀਅਨ ਹੈਗੇ, ਜਦੋਂ ਉਹਨਾਂ ਨੂੰ ਉੱਥੇ ਪਾਣੀ ਦੀ ਕਮੀ ਆਈ, ਠੀਕ ਹੈ ਜੀ, ਜਾਂ ਇਨਵਾਇਰਨਮੈਂਟ ਦੇ ਵਿੱਚ ਚੇਂਜਸ ਆਈਆਂ, ਵਾਤਾਵਰਨ ਬਦਲ ਗਿਆ, ਤਾਂ ਉਹਨਾਂ ਨੇ ਉੱਥੋਂ ਮੂਵ ਹੋਣਾ ਸ਼ੁਰੂ ਕਰਤਾ। ਤਾਂ ਅੱਗੇ ਉਹਨਾਂ ਨੂੰ ਆ ਕੇ ਕੀ ਮਿਲਿਆ ਕਿ 7 ਦਰਿਆਵਾਂ ਦੀ ਧਰਤੀ ਮਿਲ ਗਈ, ਹਰਿਆਲੀ ਮਿਲ ਗਈ, ਹਰੇਵਾਈ ਮਿਲ ਗਈ, ਠੀਕ ਹੈ ਜੀ, ਅਤੇ ਇੰਨਾ ਉਪਜਾਊ ਖੇਤਰ ਮਿਲ ਗਿਆ। ਤਾਂ ਜਦੋਂ ਉਹਨਾਂ ਨੇ ਇਹੋ ਜਿਹਾ ਪੰਜਾਬ ਦੇਖਿਆ ਤਾਂ ਉਹਨਾਂ ਨੇ ਫਿਰ ਇਹਨੂੰ ਸਪਤ ਸਿੰਧੂ ਦਾ ਨਾਮ ਦਿੱਤਾ ਅਤੇ ਉਹ ਇੱਥੇ ਹੀ ਰਹਿਣਾ ਸ਼ੁਰੂ ਕੀਤਾ। ਇਸੇ ਕਰਕੇ ਸਾਡੇ ਜਿਹੜੇ ਵੇਦ ਹੈ, ਠੀਕ ਹੈ, ਵੇਦ ਹੈ ਨਾ ਜਿਹੜੇ ਆਰੀਅਨ ਦੀ ਰਚਨਾ, ਇਹ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਕਿਹਾ ਕਿ ਸਵਰਗ ਕਿਸ ਤਰ੍ਹਾਂ ਦੇ ਹੁੰਦੇ ਆ ਨਾ, ਇਹੋ ਜਿਹੀਆਂ ਰਚਨਾਵਾਂ ਵੇਦਾਂ ਨੂੰ ਜਦੋਂ ਤੁਸੀਂ, ਜਾਂ ਵੇਦਾਂ ਦੇ ਬਾਰੇ ਜਦੋਂ ਤੁਸੀਂ ਸੁਣਦੇ ਹੋ ਜਾਂ ਪੜ੍ਹਦੇ ਹੋ, ਤਾਂ ਵੇਦਾਂ ਦੇ ਵਿੱਚ ਕਿਹਾ ਗਿਆ ਕਿ ਸਵਰਗ ਨਰਕ ਦੀ ਜਿਹੜੀ ਕਲਪਨਾ, ਠੀਕ ਹੈ, ਕੀਤੀ ਗਈ ਹੈਗੀ। ਹਾਲਾਂਕਿ ਉਹ ਇੱਕ ਮੈਥੋਲੋਜੀ ਆਪਾਂ ਮੰਨਦੇ ਹਾਂ ਇਨ ਹਿਸਟਰੀ, ਪਰ ਵੇਦ ਹੈ ਜਿਹੜੇ ਉਹ ਤਾਂ ਹੈ, ਰਚਨਾ ਤਾਂ ਹੈ ਨਾ, ਠੀਕ ਹੈ। ਰਚਨਾ ਨੂੰ ਆਪਾਂ ਨਹੀਂ ਨਕਾਰ ਸਕਦੇ, ਉਹਦੇ ਵਿੱਚ ਮਿੱਥ ਕੀ ਹੈ ਅਤੇ ਜਿਹੜੇ ਹੈਗੀ ਹੈ ਫੈਕਟ ਕੀ ਹੈ, ਉਹ ਹਿਸਟੋਰੀਅਨ ਨੇ, ਜਾਂ ਆਪਾਂ ਜਦੋਂ ਅੱਗੇ ਜਾ ਕੇ ਪੜ੍ਹ ਕੇ ਤੁਸੀਂ ਹਿਸਟੋਰੀਅਨ ਬਣੋਗੇ, ਠੀਕ ਹੈ, ਆਪਾਂ ਬਣਾਂਗੇ, ਤਾਂ ਉਦੋਂ ਆਪਾਂ ਨੇ ਤੈਅ ਕਰਨਾ ਹੋਊਗਾ ਕਿ ਉਹਦੇ ਵਿੱਚ ਫੈਕਟ ਕੀ ਹੈ ਅਤੇ ਮਿੱਥ ਕੀ ਹੈ। ਸੋ ਉਹਦੇ ਵਿੱਚ ਕੀ ਹੈ ਕਿ ਸਵਰਗਾਂ ਦੀ ਜਿਹੜੀ ਗੱਲ ਹੋਈ ਹੈ ਕਿ ਸਵਰਗ ਕਿਸ ਤਰ੍ਹਾਂ ਦੇ ਹੋਣਗੇ, ਠੀਕ ਹੈ, ਜਿਵੇਂ ਕਿਉਂਕਿ ਟੋਟਲੀ ਚੇਂਜ ਹੋ ਗਿਆ ਲੋਕਾਂ ਦਾ, ਉੱਥੇ ਖੁਸ਼ਕ ਵਾਤਾਵਰਨ ਹੈ, ਠੀਕ ਹੈ, ਮਾਰੂਥਲ ਹੈ, ਅਤੇ ਉਹਨਾਂ ਦੇ ਜਿਹੜਾ ਹੈਗਾ ਨੀਡਸ ਨਹੀਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ। ਪਰ ਜਿਹੜਾ ਪੰਜਾਬ ਹੈ ਜਦੋਂ ਇਹਦੇ 'ਚ ਐਂਟਰ ਹੁੰਦੇ ਆ, ਅਤੇ ਇਹ ਤਾਂ ਦੇਖ ਲਓ ਤੁਸੀਂ, ਆਪਾਂ ਅੱਜ ਕੱਲ੍ਹ ਕਿੰਨੇ ਸਾਲਾਂ ਬਾਅਦ ਜਿਹੜਾ ਵਿਗਿਆਨਕ ਯੁੱਗ ਦੇ ਵਧਣ ਦੇ ਬਾਅਦ ਕਿੰਨੇ ਹੀ ਆਪਾਂ ਜਿਹੜਾ ਕੁਦਰਤ ਦਾ ਘਾਣ ਕੀਤਾ ਮਨੁੱਖ ਨੇ। ਪੰਜਾਬ ਦੀ ਧਰਤੀ ਦਾ ਪਾਣੀ ਕਿੰਨਾ ਗੰਧਲਾ ਹੋਇਆ, ਪਰ ਫਿਰ ਵੀ ਅੱਜ ਪੰਜਾਬ ਟੌਪ 'ਤੇ ਹੈ, ਠੀਕ ਹੈ। ਇਕੋਨਮੀ ਦੇ ਪੱਖੋਂ ਵੀ ਪੰਜਾਬ ਦੇ ਲੋਕ ਹੈ ਜਿਹੜੇ ਵਧੀਆ ਆਪਣੇ ਸਾਰੇ ਦੇਸ਼ ਦੇ ਮੁਕਾਬਲੇ। ਚਲੋ ਹੁਣ ਜਿਹੜੇ ਹੈਗੇ ਆ ਇਹਨਾਂ ਗੱਲਾਂ ਦੇ ਵਿੱਚ ਆਪਾਂ ਭੈਣ ਤੋਂ ਇਲਾਵਾ ਅੱਗੇ ਪੜ੍ਹਦੇ ਹਾਂ। ਇਹਦੇ ਵਿੱਚ ਕੀ ਹੈ ਜੀ, ਇਹਨਾਂ ਦੀ ਸੱਭਿਅਤਾ ਕਿਹੜੀ ਸੀ, ਪੇਂਡੂ ਸੱਭਿਅਤਾ ਸੀਗੀ, ਕਿਉਂਕਿ ਸ਼ਹਿਰ ਤਾਂ ਉਦੋਂ ਹੈ ਹੀ ਨਹੀਂ ਸੀ, ਠੀਕ ਹੈ। ਸ਼ਹਿਰੀਕਰਨ ਤਾਂ ਫੇਰ ਹੀ ਹੋਊਗਾ ਨਾ, ਜੇ ਮਨੁੱਖ ਡਿਵੈਲਪ ਹੋਊਗਾ ਅਤੇ ਫਿਰ ਉੱਥੇ ਸਹੂਲਤਾਂ ਹੋਣੀਆਂ, ਉੱਥੇ ਇਫੈਕਟ ਹੋਣਗੇ। ਸ਼ਹਿਰ ਸੀਗੇ ਇੰਡਸ ਸਿਵਲਾਈਜੇਸ਼ਨ ਦੇ ਵਿੱਚ, ਹੜੱਪਾ ਅਤੇ ਮਹੰਜੋਦੜੋ, ਇਹ ਵੀ ਨਾ ਭੁੱਲਿਓ ਕਿ ਜਿਹੜੀ ਇੱਕ ਸੱਭਿਅਤਾ ਪਹਿਲਾਂ ਸੀ, ਜਿਹੜੀ ਮੰਨਿਆ ਜਾਂਦਾ ਕਿ ਆਰੀਅਨ ਨੇ ਜਿਹੜੀ ਹੈਗੀ ਉਹ ਸੱਭਿਆ ਉਖੇੜੀ ਹੈ, ਉਹਨਾਂ ਨੇ ਬਰਬਾਦ ਕੀਤੀ ਹੈ, ਠੀਕ ਹੈ। ਤਾਂ ਇੱਥੇ ਇੱਕ ਪੇਂਡੂ ਸੱਭਿਅਤਾ ਵਸੀ ਆਰੀਅਨ ਦੇ ਬਤਾਓ। ਜ਼ਿਆਦਾਤਰ ਲੋਕ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਸੀ, ਠੀਕ ਹੈ ਜੀ, ਕੁੜਤਾ ਪਜਾਮਾ ਪਹਿਨਦੇ ਸੀ, ਆਮ ਨੋਰਮਲ ਜਿਵੇਂ ਆਪਣੇ ਪਿੰਡਾਂ ਦਾ ਮਾਹੌਲ। ਹੁਣ ਤਾਂ ਮੋਡਰਨਾਈਜੇਸ਼ਨ ਹੋ ਰਹੀ ਹੈ, ਪਰ ਇੱਕ ਤਰ੍ਹਾਂ ਨਾਲ ਪੂਰੇ ਪਿਓਰ ਪੇਂਡੂ ਸੱਭਿਅਤਾ ਸੀਗੀ ਇਹ, ਠੀਕ ਹੈ। ਪੁੱਛਿਆ ਜਾਂਦਾ ਕਿਹੋ ਜਿਹੀ ਸੱਭਿਅਤਾ ਸੀ, ਪੇਂਡੂ ਸੱਭਿਅਤਾ ਸੀ। ਇਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਸੰਸਕ੍ਰਿਤ ਸੀ। ਹੁਣ ਦੇਖੋ ਇੱਥੇ ਬਹੁਤ ਵੱਡੀ ਚੇਂਜ ਇਹ ਆਉਂਦੀ ਹੈ ਕਿ ਜਿਹੜੀ ਇੰਡਸ ਸਿਵਲਾਈਜੇਸ਼ਨ ਹੈ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਚਿੱਤਰ ਲਿਪੀ ਹੈ, ਠੀਕ ਹੈ ਜੀ, ਜਿਹਦੇ ਕਿ ਸਾਨੂੰ ਹਜੇ ਤੱਕ ਸਮਝ ਨਹੀਂ ਆਈ ਜਾਂ ਅਸੀਂ ਪੜ੍ਹ ਨਹੀਂ ਸਕੇ, ਇਹ ਕਹਿ ਸਕਦੇ ਹਾਂ ਆਪਾਂ। ਅਤੇ ਇਹਦੇ ਵਿੱਚ ਕੀ ਹੈ, ਜਿਹੜੀ ਇਹਨਾਂ ਦੀ ਭਾਸ਼ਾ ਉਹ ਸੰਸਕ੍ਰਿਤ ਹੈ। ਇੱਕ ਭਾਸ਼ਾ ਦਾ ਪਹਿਲਾ ਸਰੋਤ ਹੈ ਜਿਹੜਾ ਮਨੁੱਖ ਸਮਝ ਰਿਹਾ ਹੈ ਭਾਰਤ ਦਾ ਖਾਸ ਕਰਕੇ, ਠੀਕ ਹੈ ਜੀ, ਸਮਝ ਰਿਹਾ, ਪੜ੍ਹ ਰਿਹਾ, ਲਿਖ ਰਿਹਾ, ਉਹ ਸੰਸਕ੍ਰਿਤ ਹੈ। ਸੰਸਕ੍ਰਿਤ ਦੇ ਵਿੱਚੋਂ ਅੱਗੇ ਜਿਹੜੀਆਂ ਭਾਸ਼ਾਵਾਂ ਉਹ ਡਿਵੈਲਪ ਹੋਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਸ਼ਾਖ ਹੈ ਉਹ ਆਪਣੀ ਮਾਤ ਭਾਸ਼ਾ ਦੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਹਾਂ। ਜਿਨ੍ਹਾਂ ਨੇ ਪੰਜਾਬੀ ਲਿਖਟ ਸਬਜੈਕਟ ਪੜ੍ਹਿਆ ਗ੍ਰੈਜੂਏਸ਼ਨ ਦੇ ਵਿੱਚ, ਠੀਕ ਹੈ ਜੀ, ਜਾਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਬੱਚਿਆਂ ਨੇ ਪੜ੍ਹਿਆ, ਉਹਨਾਂ ਨੂੰ ਇਸ ਬਾਰੇ ਪੂਰੀ ਚੰਗੀ ਤਰ੍ਹਾਂ ਡੂੰਘਾਈ ਦੇ ਨਾਲ ਨੌਲੇਜ ਹੋਵੇਗੀ। ਰੱਖਣੀ ਵੀ ਚਾਹੀਦੀ ਹੈ ਕਿ ਕਿਵੇਂ ਸਾਡੀ ਭਾਸ਼ਾ ਉਪਜੀ, ਕਿਵੇਂ ਮਨੁੱਖ ਉਪਜਿਆ, ਇਹ ਸਾਡੇ ਲਈ ਜ਼ਰੂਰੀ ਹੈ। ਇਹੀ ਇਤਿਹਾਸ ਦਾ ਇੱਕ ਇੰਟਰਸਟ ਹੈ, ਇਹੀ ਇਤਿਹਾਸ ਦੇ ਵਿੱਚ ਖਾਸੀਅਤ ਹੈ ਕਿ ਉਹ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ, ਠੀਕ ਹੈ ਜੀ, ਸਾਹਮਣੇ ਤੋਂ ਲੈ ਕੇ ਪਿੱਛੇ ਤੱਕ, ਸਾਈਡ ਤੋਂ ਲੈ ਕੇ ਸੱਜੇ ਤੋਂ ਲੈ ਕੇ ਖੱਬੇ ਤੱਕ ਜਿਹੜਾ ਹੈਗਾ ਸਾਨੂੰ ਦੱਸਦਾ ਹੈ ਕਿ ਕਿਵੇਂ ਜਿਹੜੀ ਹੈਗੀ ਮਨੁੱਖਤਾ ਡਿਵੈਲਪ ਹੋਈ, ਕਿਵੇਂ ਇਹ ਚੇਂਜਸ ਆਈਆਂ, ਕਿਵੇਂ ਹਾਲਾਤ ਆਈਆਂ। ਬਹੁਤ ਹੀ ਗਹਿਰਾਈ ਵਾਲਾ ਸਬਜੈਕਟ ਹੈ, ਜਿੰਨਾ ਗਹਿਰਾਈ 'ਚ ਜਾਵਾਂਗੇ ਉਨਾ ਹੀ ਇਹਦਾ ਦਾਇਰਾ ਜਿਹੜਾ ਉਹ ਵਿਸ਼ਾਲ ਹੁੰਦਾ ਜਾਂਦਾ। ਸੋ ਅੱਗੇ ਜੀ ਆ ਜੋ ਅੱਗੇ ਕੀ ਹੈ, ਇਹਨਾਂ ਦੀ ਪ੍ਰਸ਼ਾਸਨਿਕ ਵੰਡ ਹੈ ਜਿਹੜੀ, ਇਹਨਾਂ ਦੀ ਪ੍ਰਸ਼ਾਸਨਿਕ ਵੰਡ 5 ਭਾਗਾਂ ਦੇ ਵਿੱਚ ਕੀਤੀ ਹੋਈ ਸੀ। ਪ੍ਰਸ਼ਾਸਨਿਕ ਵੰਡ ਕਿੰਨੇ ਭਾਗਾਂ 'ਚ ਕੀਤੀ ਹੋਈ ਸੀ, ਕੁਐਸਚਨ ਬਣਦਾ 5 'ਚ, ਠੀਕ ਹੈ ਜੀ। ਅਤੇ ਕੁਲ, ਗ੍ਰਾਮ, ਵਿਸ਼ ਅਤੇ ਜਨ ਜਾਂ ਰਾਸ਼ਟਰ, ਠੀਕ ਹੈ ਜੀ। ਹੁਣ ਕੁਲ ਦਾ ਜਿਹੜਾ ਮੁਖੀ ਹੈ ਉਹਨੂੰ ਅਸੀਂ ਕੀ ਕਹਿੰਦੇ ਸੀ, ਕੁਲਪਤੀ। ਗ੍ਰਾਮ ਦੇ ਮੁਖੀ ਨੂੰ ਕੀ ਕਹਿੰਦੇ ਸੀ, ਗ੍ਰਾਮੀਣ, ਠੀਕ ਹੈ। ਕੁਲ ਦਾ ਮੁਖੀ ਕੌਣ ਸੀ, ਕੁਲਪਤੀ। ਗ੍ਰਾਮ ਦਾ ਮੁਖੀ ਗ੍ਰਾਮੀਣ। ਵਿਸ਼ ਦਾ ਮੁਖੀ ਸੀ ਵਿਸ਼ਪਤੀ। ਜਨ ਦਾ ਮੁਖੀ ਸੀ ਰਾਜਨ। ਅਤੇ ਜਾਂ ਸਾਰਾ ਜਿਹੜਾ ਟੋਟਲ ਸੀ ਉਹਨੂੰ ਰਾਸ਼ਟਰ ਕਿਹਾ ਜਾਂਦਾ ਸੀ, ਭਾਵ ਕਿ ਇੱਕ ਰਾਸ਼ਟਰ ਸ਼ਬਦ ਵਰਤਿਆ ਜਾਂਦਾ ਸੀ। ਰਾਜ ਅਧਿਕਾਰੀਆਂ ਵਿੱਚ ਪੁਰੋਹਿਤ ਅਤੇ ਸੈਨਾਨੀ ਪ੍ਰਮੁੱਖ ਸੀ। ਹੁਣ ਰਾਜ ਅਧਿਕਾਰੀਆਂ ਦੇ ਵਿੱਚ ਪ੍ਰਮੁੱਖ ਕੌਣ ਸੀ, ਪੁਰੋਹਿਤ ਅਤੇ ਸੈਨਾਨੀ, ਠੀਕ ਹੈ ਜੀ। ਪੁਰੋਹਿਤ ਦਾ
ਕੀ ਇਹਦਾ ਆਧਾਰ ਸੀਗਾ ਰਾਜ ਅਧਿਕਾਰੀਆਂ ਦੇ ਵਿੱਚ, ਤਾਂ ਉਹ ਇੱਕ ਪ੍ਰਮੁੱਖਤਾ ਦਾ ਆਧਾਰ ਸੀ ਉਹਦਾ। ਠੀਕ ਹੈ ਜੀ। ਸੈਨਾਨੀ ਕੌਣ ਸੀ? ਉਹ ਰਾਜ ਅਧਿਕਾਰੀਆਂ ਦਾ ਹਿੱਸਾ ਸੀ। ਹੁਣ ਅੱਗੇ ਆ ਜਾਓ ਜੀ। ਉਗਰ ਅਪਰਾਧੀਆਂ ਨੂੰ ਫੜਦਾ ਸੀ। ਅਪਰਾਧੀਆਂ ਨੂੰ ਫੜਨ ਵਾਲਾ ਕੌਣ ਸੀ? ਉਗਰ। ਜਿਵੇਂ ਆਪਾਂ ਹੁਣ ਪੁਲਿਸ ਆ ਨਾ, ਉਸ ਸਮੇਂ ਉਗਰ ਸ਼ਬਦ ਵਰਤਿਆ ਜਾਂਦਾ ਸੀ। ਉਗਰ ਕੌਣ ਆ? ਅਪਰਾਧੀਆਂ ਨੂੰ ਫੜਦਾ ਸੀ। ਠੀਕ ਹੈ। ਇੱਕ ਜਿਹੜਾ ਭਾਵ ਕੀ ਹੈ, ਇੱਕ ਅਹੁਦਾ ਹੈ। ਠੀਕ ਹੈ। ਜਿਵੇਂ ਹੁਣ ਦੇ ਆਪਾਂ DC DIG IG ਐਵੇਂ ਵੰਡੇ ਹੋਏ ਆ, ਤਾਂ ਉਦੋਂ ਦਾ ਜਿਹੜਾ ਇੱਕ ਅਹੁਦਾ ਹੈਗਾ ਰਾਜ ਅਧਿਕਾਰੀਆਂ ਦਾ, ਉਹ ਕੀ ਹੈ? ਉਗਰ, ਜਿਹੜਾ ਅਪਰਾਧੀਆਂ ਨੂੰ ਫੜਦਾ, ਦੋਸ਼ੀਆਂ ਨੂੰ ਫੜਦਾ। ਸਭਾ ਅਤੇ ਸਮਿਤੀ, ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ। ਠੀਕ ਹੈ ਜੀ। ਸਭਾ ਅਤੇ ਸਮਿਤੀ ਵਾਲਾ ਕੁਐਸਚਨ ਹੈ ਜਿਹੜਾ ਸਾਨੂੰ, ਇਹ ਬਹੁਤ ਵਾਰ ਆਇਆ ਹੋਇਆ। ਸਭਾ ਅਤੇ ਸਮਿਤੀ ਦੋ ਰਾਜੇ ਨੂੰ ਸਲਾਹ ਦੇਣ ਵਾਲੀਆਂ ਸੰਸਥਾਵਾਂ ਸਨ। ਸਭਾ ਤਕੜੇ ਅਤੇ ਅਮੀਰ ਲੋਕਾਂ ਅਤੇ ਸਮਿਤੀ ਸਧਾਰਨ ਲੋਕਾਂ ਦਾ ਇੱਕ ਸੰਗਠਨ ਸੀ। ਠੀਕ ਹੈ ਜੀ। ਹੁਣ ਸਮਝ ਗਏ ਨਾ। ਸਭਾ ਹੈ ਜਿਹੜੀ ਰਾਜੇ ਨੂੰ ਦੋ ਸਲਾਹਾਂ ਦਿੰਦੀਆਂ ਸੀ। ਠੀਕ ਹੈ। ਅਤੇ ਸਮਿਤੀ ਹੈ ਜਿਹੜੀ, ਉਹ ਇੱਕ ਜਿਹੜੇ ਹੈਗੇ ਅਮੀਰ ਸਧਾਰਨ ਲੋਕਾਂ ਦਾ ਜਿਹੜਾ ਸੰਗਠਨ ਸੀ। ਠੀਕ ਹੈ। ਦੋਨੇ ਰਲ ਕੇ ਕੰਮ ਕਰਦੀਆਂ ਸੀ। ਵੇਦਾਂ ਦੇ ਵਿੱਚ ਇੱਕ ਥਾਂ ਲਿਖਿਆ ਹੋਇਆ ਹੈਗਾ ਕਿ ਜਿਹੜੇ ਸਭਾ ਅਤੇ ਸਮਿਤੀ ਉਹ ਰਾਜੇ ਦੀਆਂ ਦੋ ਪੁੱਤਰੀਆਂ ਦੇ ਨਾਮ ਸੀ। ਠੀਕ ਹੈ ਜੀ। ਪਰ ਇਹ ਜਿਹੜੀ ਸਭਾ ਸਮਿਤੀ ਹੈ ਜੀ, ਇਹਨੂੰ ਜਦੋਂ ਫੈਕਟਿਜ਼ਮ ਦੇ ਵਿੱਚ ਆਪਾਂ ਜਾ ਕੇ, ਫੈਕਟਸ ਦੇ ਵਿੱਚ ਜਾ ਕੇ ਜਿਹੜਾ ਹੈਗਾ ਇੰਡੀਅਨ ਹਿਸਟਰੀ ਨੂੰ ਵਾਚ ਕਰਦੇ ਹਾਂ, ਦੇਖਦੇ ਹਾਂ, ਠੀਕ ਹੈ, ਪੜ੍ਹਦੇ ਹਾਂ, ਤਾਂ ਇਹਦੇ ਵਿੱਚ ਸਭਾ ਅਤੇ ਸਮਿਤੀ ਸਾਨੂੰ ਕਲੀਅਰ ਹੁੰਦੀ ਹੈ ਕਿ ਉਹ ਦੋ ਸੰਸਥਾਵਾਂ ਸੀ। ਠੀਕ ਹੈ। ਜਿਵੇਂ ਹੁਣ ਆਪਣੀਆਂ ਰਾਜਨੀਤੀ ਦੀਆਂ ਦੋ ਸੰਸਥਾਵਾਂ ਹੈ ਨਾ, ਲੋਕ ਸਭਾ, ਰਾਜ ਸਭਾ ਆਪਾਂ ਕਹਿ ਸਕਦੇ ਹਾਂ, ਅਤੇ ਤਿੰਨ ਆਧਾਰ ਹੈ ਮੇਨ, ਜਿਵੇਂ ਕਾਰਜਪਾਲਿਕਾ, ਨਿਆਂਪਾਲਿਕਾ, ਠੀਕ ਹੈ ਜੀ, ਅਤੇ ਵਿਧਾਨ ਪਾਲਿਕਾ। ਉਵੇਂ ਜਿਹੜੇ ਉਸ ਸਮੇਂ ਦਾ ਰਾਜ ਆ, ਉਹਦੇ ਆਧਾਰ ਦੋ ਹੈ, ਸਭਾ ਅਤੇ ਸਮਿਤੀ, ਆਰੀਅਨ ਦੇ ਟਾਈਮ 'ਤੇ। ਠੀਕ ਹੈ ਜੀ। ਇਹ ਧਿਆਨ 'ਚ ਰੱਖਿਓ। ਅੱਗੇ ਦੇਖੋ ਜੀ, ਹੁਣ ਸਾਡੇ ਕੋਲ ਮੈਪ ਆ ਗਿਆ। ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਆਪਦਾ ਇੰਟਰਸਟ ਬਣਾਉਣਾ ਅਤੇ ਤੁਸੀਂ ਜਾਣਨਾ ਹੈ, ਤਾਂ ਸਾਡੇ ਲਈ ਬਹੁਤ ਜ਼ਰੂਰੀ ਹੈ। ਮੈਪ ਦੇਖੋ। ਅਰਲੀ ਜਿਹੜਾ ਹੈਗਾ, ਅਰਲੀ ਵੈਦਿਕ ਪੀਰੀਅਡ 1500 ਤੋਂ 1100 BCE। ਠੀਕ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਇਹ 'ਤੇ ਵੀ ਕੁਐਸਚਨ ਆ ਜਾਂਦੇ ਆਪਾਂ ਨੂੰ ਇਕੱਲੇ BCE 'ਤੇ। ਇਹਦੇ ਬਾਰੇ ਜਾਣੋ। BCE ਕੀ ਹੈ? ਬਿਫੋਰ ਕ੍ਰਿਸਚਨ ਏਰਾ। ਠੀਕ ਹੈ। ਪਹਿਲਾਂ ਇਹਨੂੰ ਪੜ੍ਹਿਆ ਜਾਂਦਾ ਸੀ ਕਾਮਨ ਏਰਾ। ਠੀਕ ਹੈ। ਹੁਣ ਵੀ ਬਹੁਤ ਪੜ੍ਹਦੇ ਹੁੰਦੇ ਆ। BC ਪਹਿਲਾਂ ਇਕੱਲਾ BC ਹੁੰਦਾ ਸੀ, ਹੁਣ ਇਹਦੇ ਨਾਲ E ਲੱਗ ਗਿਆ। ਠੀਕ ਹੈ ਜੀ। ਇਹਦੇ ਵਿੱਚ ਕੀ ਹੈ? ਬਿਫੋਰ ਕਾਮਨ ਏਰਾ, ਜਾਂ ਮੇਨ ਇਹਦਾ ਜਿਹੜਾ ਹੈਗਾ ਬਿਫੋਰ ਕ੍ਰਿਸਚਨ ਏਰਾ, ਜਿਹੜਾ ਹੁਣ ਆਪਣਾ 2021 ਚੱਲ ਰਿਹਾ, 2021 ਚੱਲ ਰਿਹਾ, ਇਹਦਾ ਜਿਹੜਾ ਸਟਾਰਟਿੰਗ ਹੈ। ਠੀਕ ਹੈ। ਇੱਕ ਉਹ ਹੈਗੀ ਹੈ ਕ੍ਰਿਸਚਨ ਏਰਾ। ਕ੍ਰਿਸਚਨ ਏਰਾ ਸਟਾਰਟ ਹੁੰਦਾ ਜਦੋਂ ਅੰਗਰੇਜ਼ ਆ ਜਿਹੜੇ ਉਹ ਦੁਨੀਆ 'ਤੇ ਕਾਬਜ ਹੋ ਜਾਂਦੇ ਆ ਅਤੇ ਦੁਨੀਆ ਨਾਲ ਚੱਲਦੇ ਰਹਿੰਦੇ ਆ। ਠੀਕ ਹੈ ਜੀ। ਉਹਨਾਂ ਦਾ ਏਰਾ ਜਿਹੜਾ ਸ਼ੁਰੂ ਕੀਤਾ ਹੋਇਆ, ਇਹ ਹੈਗਾ BCE, ਬਿਫੋਰ ਕ੍ਰਿਸਚਨ ਏਰਾ। ਕ੍ਰਿਸਚਨ ਏਰਾ ਤੋਂ ਪਹਿਲਾਂ ਭਾਵ ਕੀ ਹੈ? ਜਿਹੜਾ ਹੈਗਾ ਕ੍ਰਿਸਚਨ ਏਰਾ, ਉਹਦੇ ਤੋਂ ਪਹਿਲਾਂ ਦਾ ਟਾਈਮ ਹੈ 1500 1100 ਈਸਵੀ। ਠੀਕ ਹੈ ਜੀ। ਹੁਣ ਇਹਦੇ 'ਚ ਦੇਖੋ ਬੱਚੇ ਕੀ ਹੈ ਕਿ ਜਿਹੜੀ ਹੈਗੀ ਸਾਨੂੰ ਮੈਪ ਜਦੋਂ ਦੇਖਾਂਗੇ, ਸਾਰਾ ਮੈਪ ਹੈ ਜਿਹੜਾ ਤੁਸੀਂ ਜਦੋਂ ਵਾਚ ਕਰੋਗੇ, ਦੇਖੋਗੇ, ਮੈਂ ਤੁਹਾਨੂੰ ਦਿਖਾਉਣਾ। ਠੀਕ ਹੈ। ਇਹ ਭਾਰਤ ਦਾ ਮੈਪ ਹੈ। ਇਹ ਵਾਲਾ ਮੈਪ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਜਿਹ 'ਤੇ ਮੈਂ ਨਿਸ਼ਾਨੀਆਂ ਟਿਕ ਲਾ ਰਿਹਾ, ਅਤੇ ਇਹ ਇੱਥੋਂ ਲੈ ਕੇ ਇਹ ਭਾਰਤ ਦਾ ਮੈਪ ਹੈ, ਇੰਡੀਆ ਦਾ ਮੈਪ ਹੈ। ਠੀਕ ਹੈ ਜੀ। ਤਾਂ ਹੁਣ ਕੀ ਹੈ, ਜਿਹੜਾ ਇਹ ਇੰਡੀਆ ਦਾ ਮੈਪ ਹੈ, ਇਹ ਵਾਲਾ ਹਿੱਸਾ ਹੈ ਜਿਹੜਾ ਆਪਣਾ ਐਵੇਂ ਜਿਹੇ ਦਾ ਹਿੱਸਾ। ਠੀਕ ਹੈ। ਇਹ ਮੌਜੂਦ ਹੈ ਇੱਥੇ, ਆਪਣਾ ਮੌਜੂਦਾ ਪੰਜਾਬ ਹੈ, ਆਹ ਪਾਕਿਸਤਾਨ ਹੈ, ਅਤੇ ਆਹ ਅਫਗਾਨਿਸਤਾਨ, ਆਹ ਸਿੰਧ ਆ ਗਈ। ਠੀਕ ਹੈ। ਇੰਡਸਟਰੀਲਾਈਜੇਸ਼ਨ ਆ ਗਈ, ਆਹ ਇਰਾਕ ਈਰਾਨ ਦੀ ਸਾਈਡ ਆ ਗਈ। ਇਹ ਤੁਹਾਨੂੰ ਦੱਸਦਾ ਮੈਂ ਹੁਣ ਵਾਲੇ ਮੈਪ ਨਾਲ ਕੰਪੇਅਰ ਕਰਕੇ। ਹੁਣ ਦੇਖੋ ਜੀ, ਇੱਥੇ ਕੀ ਹੈ, ਜਿਹੜੇ ਆਹ ਹੈਗੇ, ਆਹ ਏਰੀਆ ਜਿਹੜਾ ਤੁਸੀਂ ਦੇਖ ਰਹੇ ਹੋ, ਵਿੱਚ ਬਲੂ ਲਾਈਨਸ ਜਿਹੀਆਂ ਦੇਖ ਰਹੇ ਹੋ ਨਾ, ਬਰੀਕ ਬਰੀਕ, ਇਹ ਸਾਰਾ ਪਾਣੀ ਦਾ ਏਰੀਆ। ਠੀਕ ਹੈ। ਨਦੀਆਂ ਜਾਂ ਦਰਿਆਵਾਂ ਦਾ ਉਸ ਟਾਈਮ 'ਤੇ, ਹੁਣ ਤਾਂ ਬਹੁਤ ਜ਼ਿਆਦਾ ਘੱਟ ਗਏ। ਠੀਕ ਹੈ। ਉਸ ਟਾਈਮ 'ਤੇ ਤਾਂ ਆਰੀਅਨ ਇੱਥੋਂ ਆਉਂਦੇ ਆ, ਇੰਡੋ ਆਰੀਅਨ। ਠੀਕ ਹੈ। ਇੱਧਰੋਂ ਆਉਂਦੇ ਆ ਜਿੱਥੇ ਐਰੋ ਲੱਗਿਆ ਹੋਇਆ, ਇੰਡੋ ਆਰੀਅਨ ਹੈ ਜਿਹੜੇ, ਉਹ ਇੱਥੋਂ ਐਂਟਰ ਹੁੰਦੇ ਆ। ਜਿਹੜੇ ਆ ਨੇਮ ਦਿਖ ਰਹੇ ਆ ਤੁਹਾਨੂੰ ਬਲੂ ਕਲਰਸ ਦੇ ਵਿੱਚ, ਇਹਨਾਂ ਨੂੰ ਪੜ੍ਹ ਲਿਓ। ਇਹ ਹੈਗੇ ਸੰਸਕ੍ਰਿਤ ਦੇ ਵਿੱਚ। ਠੀਕ ਹੈ। ਸੰਸਕ੍ਰਿਤ ਦੇ ਵਿੱਚ ਨਾਮ ਹੈ ਸਰਿਊ, ਸਰਸਵਤੀ। ਠੀਕ ਹੈ ਜੀ। ਅਜਿਜਵੰਤ, ਗੋਮਤੀ, ਕਰੁਮੂ, ਸਿੰਧੂ, ਵਿਤਾਸਾ, ਸਿਕਨੀ, ਪ੍ਰੂਸਤੀ, ਵਿਪਾਸਾ, ਸਤੁਦਰੀ, ਸਿੰਧੂ। ਇਹ ਸਾਰੇ ਜਿਹੜੇ ਹੈਗੇ ਆ ਆਪਣੇ ਦਰਿਆ, ਨਦੀਆਂ ਉਸ ਟਾਈਮ ਦੀਆਂ, ਜਮਨਾ, ਗੰਗਾ। ਠੀਕ ਹੈ। ਤਾਂ ਹੁਣ ਜਿਹੜੇ ਇਹ ਜਿੱਥੇ ਐਰੋ ਦੇਖ ਰਹੇ ਹੋ ਤੁਸੀਂ, ਅਤੇ ਇੱਥੋਂ ਦੀ ਇਹ ਐਂਟਰ ਹੁੰਦੇ ਆ। ਐਂਟਰ ਕਿੱਥੇ ਹੁੰਦੇ ਆ? ਅਫਗਾਨਿਸਤਾਨ ਦੇ, ਮੌਜੂਦਾ ਅਫਗਾਨਿਸਤਾਨ, ਉਸ ਸਮੇਂ ਪੰਜਾਬ ਦੀ ਹੱਦ। ਠੀਕ ਹੈ। ਬਹੁਤ ਵਿਸ਼ਾਲ ਪੰਜਾਬ ਸੀ, ਬਹੁਤ ਵਿਸ਼ਾਲ ਦੇਸ਼ ਸੀ। ਹੌਲੀ ਹੌਲੀ ਉਹ ਛੋਟਾ ਹੁੰਦਾ ਗਿਆ, ਹੈ ਨਾ। ਹੁਣ ਬਿਲਕੁਲ ਹੀ ਥੋੜ੍ਹਾ ਜਿਹਾ ਰਹਿ ਗਿਆ। ਤਾਂ ਅੱਗੇ ਜਾ ਕੇ ਕੀ ਹੈ ਜੀ, ਦੇਖੋ ਹੁਣ ਜਿਹੜਾ ਹੈਗਾ ਇੰਡੋ ਆਰੀਅਨ ਦਾ ਆਗਮਨ ਇੱਥੇ ਹੁੰਦਾ। ਇਹਨਾਂ ਨਦੀਆਂ ਦੇ ਵਿੱਚ ਵਸਦੇ ਆ ਉਹ, ਸਿੰਧੂ, ਗੋਮਤੀ,
ठीक है, सिंधु ताशा सॉरी वित्सता अस्किनी, ठीक है, प्रूसनी, ये नदियाँ ਜਿਹੜੀਆਂ ਸਾਡੇ सतलुज ਸਿੰਧ ਪੰਜਾਬ ਦੇ ਸਾਰੇ ਦਰਿਆ ਹੈ ਜਿਹੜੇ 7 ਦਰਿਆਵਾਂ ਦੀ ਧਰਤੀ ਵਿਦ ਪਾਕਿਸਤਾਨ, ਠੀਕ ਹੈ, ਅਫਗਾਨਿਸਤਾਨ ਅਤੇ ਹੁਣ ਦਾ ਪੰਜਾਬ, ਤਿੰਨਾਂ ਜਿਹੜੇ ਹੈਗੇ ਆ ਦੋ ਦੇਸ਼ ਅਤੇ ਇੱਕ ਸਟੇਟ ਦੀ ਜਿਹੜੀ ਧਰਤੀ ਹੈ 7 ਦਰਿਆਵਾਂ ਦੀ ਧਰਤੀ ਸਭ ਸਿੰਧੂ ਕਹਾਉਂਦੀ ਹੈ। ਤਾਂ ਹੁਣ ਇੱਥੇ ਆ ਕੇ ਜੀ ਵਸਦੇ ਕਿਉਂ ਆ? ਕਿਉਂਕਿ ਇੱਥੋਂ ਦੀ ਜਿਹੜੀ ਹੈਗੀ ਹੈ ਜਿਓਗ੍ਰਾਫੀਕਲ ਪੱਖੋਂ ਬਹੁਤ ਹੀ ਜ਼ਿਆਦਾ ਮਹੱਤਤਾ ਹੈ, ਠੀਕ ਹੈ, ਵਪਾਰ ਵੀ ਆਉਣਾ ਜਾਣਾ ਵੀ ਸਮੁੰਦਰ ਨਦੀਆਂ ਦੇ ਰਸਤੇ ਹੁੰਦਾ, ਠੀਕ ਹੈ ਜੀ, ਅਤੇ ਸਾਰੇ ਸੋਰਸ ਵੀ ਨਦੀਆਂ ਤੋਂ ਹੁੰਦੇ ਆ। ਪਾਣੀ ਮੇਨ ਉਦੋਂ ਦਾ ਜਿਹੜਾ ਹੈਗਾ ਤੱਤ ਫੈਕਟ ਹੈ, ਪਾਣੀ ਹੁਣ ਵੀ ਮਨੁੱਖ ਦੇ ਲਈ ਬਹੁਤ ਜ਼ਰੂਰੀ ਆ, ਉਸ ਟਾਈਮ ਤਾਂ ਬਹੁਤ ਜ਼ਰੂਰੀ ਸੀ ਕਿਉਂਕਿ ਹੋਰ ਕੋਈ ਸਾਧਨ ਹੀ ਹੈ ਨਹੀਂ ਸੀ, ਠੀਕ ਹੈ, ਹੋਰ ਕੋਈ ਜਿਹੜੀਆਂ ਹੈਗੀਆਂ ਪਾਣੀ ਤੋਂ ਵਗੈਰਾ ਚੀਜ਼ ਮਨੁੱਖ ਨੇ ਵਸਤਾਂ ਹੀ ਨਹੀਂ ਤਿਆਰ ਕੀਤੀਆਂ ਸੀ ਵੀ ਪਾਣੀ ਤੋਂ ਇਲਾਵਾ ਹੋਰ ਵੀ ਕੋਈ ਚੀਜ਼ ਹੋਵੇ ਜਿਹੜੀ ਉਹ ਪੀ ਸਕੇ, ਜਿਵੇਂ ਲਾਈਕ ਹੈਗਾ ਡਰਿੰਕ ਵਗੈਰਾ, ਠੀਕ ਹੈ, ਕੋਲਡ ਡਰਿੰਕ ਵਗੈਰਾ ਹੋ ਗਏ। ਇਹ ਚੀਜ਼ਾਂ ਜਿਹੜੀਆਂ ਉਸ ਟਾਈਮ 'ਤੇ ਜਿਹੜੇ ਹੈਗੇ ਕੋਲਡ ਡਰਿੰਕ ਨਹੀਂ ਸੀ। ਹੁਣ ਜਿਹੜੇ ਨਾਮ ਹੈ ਆਰੀਅਨ ਨੇ ਦਿੱਤੇ ਆ ਇਹਨਾਂ ਨਦੀਆਂ ਨੂੰ ਸੰਸਕ੍ਰਿਤ ਦੇ ਵਿੱਚ, ਆਪਾਂ ਪੜ੍ਹ ਕੇ ਹਟੇ ਨੇ ਕਿ ਸੰਸਕ੍ਰਿਤ ਭਾਸ਼ਾ ਡਿਵੈਲਪ ਹੋਈ, ਠੀਕ ਹੈ, ਅਤੇ ਇਹ ਜਿਹੜੇ ਲਿਖੇ ਹੋਏ ਆ ਥ੍ਰਿਵੂ, ਪਖਤਾ, ਕ੍ਰਿਵੀ, ਪੁਰੂ, ਸ਼ਿਵਾ, ਇਹ ਸਾਰੇ ਜਿਹੜੇ ਹੈਗੇ ਆ ਇਸ ਟਾਈਮ 'ਤੇ ਰਾਜ ਉਤਪੰਨ ਹੁੰਦੇ ਆ ਜਿਹਨੂੰ ਆਪਾਂ ਜਨਪਦ ਕਹਿੰਦੇ ਹਾਂ, ਠੀਕ ਹੈ, ਭਾਰਤ, ਪੁਰੂ, ਇਹ ਸਾਰੇ ਜਨਪਦ ਆ ਉਸ ਟਾਈਮ 'ਤੇ। ਪੁਰੂ ਪੋਰਸ ਦਾ ਰਾਜ ਹੈ, ਜਿਹੜਾ ਪੋਰਸ ਨਹੀਂ ਤੁਸੀਂ ਪੜ੍ਹਿਆ ਹੋਊਗਾ ਜਾਂ ਸੁਣਿਆ ਹੋਊਗਾ ਕਿਤੇ, ਆਪਣਾ ਇੱਕ ਸੌਂਗ ਹੈ ਕਲਾਕਾਰ ਦਾ, ਠੀਕ ਹੈ, ਅੱਗੇ ਟੱਕਰ ਗਿਆ ਜੱਟ ਪੋਰਸ, ਠੀਕ ਹੈ, ਤਾਂ ਉਹ ਵਿੱਚ ਜਿਹੜਾ ਇਹ ਪੋਰਸ ਹੈ ਪੁਰੂ ਉਹਦਾ ਖੇਤਰ ਹੈ, ਠੀਕ ਹੈ ਜੀ, ਪੁਰੂ ਰਾਜੇ ਦਾ ਉਸ ਟਾਈਮ 'ਤੇ ਜਿਹੜਾ ਪੰਜਾਬ ਹੈ ਉਹ ਤੁਸੀਂ ਦੇਖ ਰਹੇ ਹੋ ਇਹ ਪਿਆ ਇੱਥੇ ਪੁਰੂ ਹੈ ਜਿਹੜਾ ਸਟੇਟ, ਇਹ ਪੋਰਸ ਦਾ ਰਾਜ, ਠੀਕ ਹੈ ਜੀ। ਅੱਗੇ ਜਾ ਕੇ ਭਾਵੇਂ ਇੱਥੇ ਉਦੋਂ ਦੇ ਟਾਈਮ 'ਤੇ ਪੋਰਸ ਨਹੀਂ ਇੱਥੇ ਰਾਜਾ, ਇਹ ਪੁਰੂ ਰਾਜ ਹੈ, ਅੱਗੇ ਜਾ ਕੇ ਪੋਰਸ ਰਾਜਾ ਬਣਦਾ ਜਦੋਂ ਆਪਾਂ ਪੜ੍ਹਾਂਗੇ ਅੱਗੇ ਅਟੈਕ ਹੁੰਦੇ ਆ, ਠੀਕ ਹੈ, 326 ਈਸਵੀ ਦੇ ਵਿੱਚ ਜਦੋਂ ਸਿਕੰਦਰ ਹੈ ਜਿਹੜਾ 323 ਈਸਵੀ ਦੇ ਵਿੱਚ ਇੱਥੇ ਜਿਹੜੀਆਂ ਇਹਨਾਂ ਸਦੀਆਂ ਦੇ ਵਿੱਚ ਰਹਿੰਦਾ, ਇੱਥੇ ਆ ਕੇ ਅਟੈਕ ਵਗੈਰਾ ਕਰਦਾ, ਉਦੋਂ ਇੱਥੇ ਪੋਰਸ ਹੈ, ਪੁਰੂ ਸਟੇਟ ਭਾਵ ਇੱਥੇ ਜਿਹੜਾ ਹੈਗਾ ਇੱਕ ਉਤਪੰਨ ਹੁੰਦਾ, ਉਹਦੀ ਜੜ ਇੱਥੋਂ ਸ਼ੁਰੂ ਹੋ ਜਾਂਦੀ ਹੈ। ਸੋ ਇਹ ਆਪਣਾ ਲੈਸਨ ਸੀਗਾ। ਅੱਗੇ ਆਪਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਇਹਦਾ ਇੱਥੋਂ ਤੱਕ ਕਰਕੇ ਫਿਰ ਆਪਾਂ ਅਗਲਾ ਜਿਹੜਾ ਲੈਸਨ ਉਹ ਅਗਲੀ ਕਲਾਸ ਦੇ ਵਿੱਚ ਕਰਾਂਗੇ, ਕਿਉਂਕਿ ਕਾਫੀ ਵਿਦਿਆਰਥੀ ਕਹਿ ਰਹੇ ਸੀ ਕਲਾਸ ਜ਼ਿਆਦਾ ਲੰਬੀ ਹੋ ਜਾਂਦੀ ਹੈ ਅਤੇ ਉਹਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਸਮੱਸਿਆ ਆਉਂਦੀ ਹੈਗੀ ਜ਼ਿਆਦਾ ਟਾਈਮ ਵਾਚ ਕਰਨ ਦੇ ਵਿੱਚ। ਸੋ ਤੁਹਾਡੇ ਲਈ ਇਹਨੂੰ 2 ਪਾਰਟਸ ਦੇ ਵਿੱਚ ਅਸੀਂ ਡਿਵਾਈਡ ਕਰਾਂਗੇ। ਸੋ ਹੁਣ ਦੇਖੋ ਜੀ, ਇਹ ਕੀ ਹੈ, ਜਿਹੜੇ ਆਮ ਲੋਕਾਂ ਦੀ ਅਗਵਾਈ ਕਰਦੀ ਸੀ, ਠੀਕ ਹੈ, ਸਧਾਰਨ ਲੋਕਾਂ ਦੀ ਸਭਾ ਸਮਿਤੀਆਂ ਬਾਰੇ ਆਪਾਂ ਗੱਲ ਕਰ ਹਟੇ। ਅਤੇ ਜਿਹੜਾ ਹੁਣ ਹੈਗਾ ਜੀ ਪਰਿਵਾਰ ਨੂੰ ਕੀ ਕਹਿੰਦੇ ਸੀ? ਕੁਟੁੰਬ, ਠੀਕ ਹੈ, ਪਰਿਵਾਰ ਨੂੰ ਉਸ ਸਮੇਂ ਕੀ ਕਿਹਾ ਜਾਂਦਾ ਸੀ? ਕੁਟੁੰਬ ਕੀ ਹੈ? ਇੱਕ ਪਰਿਵਾਰ ਹੈ। ਇਹ ਸਮਾਜਿਕ ਜੀਵਨ ਦਾ ਮੂਲ ਆਧਾਰ ਸੀ। ਇਸਤਰੀਆਂ ਦਾ ਸਥਾਨ ਉੱਚਾ ਸੀ, ਵੈਰੀ ਇੰਪੋਰਟੈਂਟ ਹੈ, ਠੀਕ ਹੈ। ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ? ਇੰਡਸਟਰੀਲਾਈਜੇਸ਼ਨ ਦੇ ਵਿੱਚ ਉੱਚੀ ਸੀ, ਵਧੀਆ ਸੀ। ਅਤੇ ਆਰੀਅਨ ਦੇ ਸਮੇਂ ਇਸਤਰੀਆਂ ਦੀ ਹਾਲਤ ਕੀ ਸੀ? ਜਾਂ ਵੈਦਿਕ ਕਾਲ ਦੇ ਵਿੱਚ ਇਸਤਰੀਆਂ ਦੀ ਜਿਹੜੀ ਹਾਲਤ ਹੈ, ਮੈਂ ਇੱਥੋਂ ਸ਼ਬਦ ਵਰਤਿਆ ਗਿਆ ਪਹਿਲਾਂ, ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ? ਤਾਂ ਬਹੁਤ ਵਧੀਆ ਸੀ, ਠੀਕ ਹੈ ਜੀ, ਉੱਚਾ ਸਥਾਨ ਸੀ ਉਹਨਾਂ ਨੂੰ। ਪਰ ਆਫਟਰ ਲੇਟਰ ਵੈਦਿਕ ਪੀਰੀਅਡ ਹੈ ਜਿਹੜਾ, ਠੀਕ ਹੈ, ਇਹ ਅਰਲੀ ਹੈ, ਜਿਹੜਾ ਲੇਟਰ ਹੈ ਭਾਵ 1100 ਤੋਂ 600 500 600 ਈਸਵੀ ਤੱਕ ਦਾ ਟਾਈਮ ਹੈ, ਉਦੋਂ ਜਾ ਕੇ ਇਸਤਰੀਆਂ ਦੀ ਹਾਲਤ ਵੀ ਵਿਗੜ ਗਈ, ਠੀਕ ਹੈ। ਜਿਹੜੇ ਹੈਗੇ ਆ ਵੈਦਿਕ ਪੀਰੀਅਡ ਹੈ ਜਿਹੜਾ ਵੈਦਿਕ ਕਾਲ ਆ, ਉਹਦੇ 'ਚ ਵੀ ਕਮੀਆਂ ਆ ਗਈਆਂ, ਜਾਤ ਪਾਤ ਉਤਪੰਨ ਹੋਣ ਲੱਗ ਗਈ, ਹੋਰ ਬਹੁਤ ਸਾਰੀਆਂ ਕਮੀਆਂ ਆ ਗਈਆਂ। ਇਹਨੂੰ ਅਸੀਂ ਰਿਗਵੈਦਿਕ ਕਾਲ, ਵੈਦਿਕ ਕਾਲ ਇਹ ਕਹਿੰਦੇ ਹਾਂ। ਉੱਤਰ ਵੈਦਿਕ ਕਾਲ ਦੇ ਵਿੱਚ ਇਹਦੇ 'ਚ ਬੁਰਾਈਆਂ ਆ ਗਈਆਂ, ਠੀਕ ਹੈ, ਸਮਾਜ ਦੇ ਵਿੱਚ, ਸੋਸ਼ਲ ਲਾਈਫ ਦੇ ਵਿੱਚ ਚੇਂਜਸ ਆ ਗਈਆਂ, ਜਿਨ੍ਹਾਂ ਨੂੰ ਅਸੀਂ ਬੁਰਾਈਆਂ ਕਹਿ ਸਕਦੇ ਹਾਂ, ਜਾਂ ਉਹ ਬਦਲਾਅ ਕਹਿ ਸਕਦੇ ਹਾਂ ਜਿਨ੍ਹਾਂ ਨੇ ਭਾਵ ਇੱਕ ਤਰ੍ਹਾਂ ਦਾ ਸਮਾਜਿਕ ਲੋਕਾਂ ਦਾ ਜਿਹੜਾ ਹੈਗਾ ਜੀਵਨ ਉਹਦੇ 'ਤੇ ਬਹੁਤ ਪ੍ਰਭਾਵ ਪਾਇਆ, ਉਹਨੂੰ ਬਹੁਤ ਪ੍ਰਭਾਵਿਤ ਕੀਤਾ। ਅੱਗੇ ਜਾ ਕੇ ਇੰਡੀਆ ਦੇ ਵਿੱਚ ਜਿਹੜਾ ਜਾਤ ਪਾਤ ਕਾਸਟ ਸਿਸਟਮ ਹੈ, ਠੀਕ ਹੈ ਜੀ, ਅਤੇ ਜਿਹੜਾ ਹੈਗਾ ਮੌਜੂਦਾ ਦੌਰ ਦੇ ਵਿੱਚ ਹਾਲਾਤ ਹੈ ਜਿਹੜੇ, ਅਤੇ ਉਹਦੇ ਕਰਕੇ ਜਿਹੜੇ ਹੈਗੇ ਆ ਇਹ ਜੜ ਹੈ, ਇਹ ਜਿਹੜਾ ਆਫਟਰ ਲੇਟਰ ਵੈਦਿਕ ਪੀਰੀਅਡ ਹੈ ਉਹ ਜੜ ਹੈ ਇਸ ਚੀਜ਼ ਦੀ, ਮੌਜੂਦਾ ਹਾਲਾਤਾਂ ਦੀ, ਕਾਸਟ ਸਿਸਟਮ ਦੀ। ਅੱਗੇ ਹੈਗਾ ਜੀ ਪ੍ਰਸਿੱਧ ਇਸਤਰੀਆਂ ਕੌਣ ਸੀ? ਅਪਾਲਾ ਅਤੇ ਕੋਸ਼ਾ, ਸ਼ਿਕਤਾ, ਵਿਸ਼ਵਰਾ, ਲੋਪ ਮੁਦਰਾ, ਠੀਕ ਹੈ ਜੀ। ਅਪਾਲਾ, ਕੋਸ਼ਾ, ਸ਼ਿਕਤਾ, ਵਿਸ਼ਵਰਾ, ਇਹਨੂੰ ਲੋਪ ਮੁਦਰਾ ਵੀ ਕਿਹਾ ਜਾਂਦਾ ਸੀ, ਵਿਸ਼ਵਰਾ ਨੂੰ, ਠੀਕ ਹੈ। ਜਿਹੜੀਆਂ ਫੇਮਸ ਇਸਤਰੀਆਂ ਲੇਡੀਜ਼ ਆ ਉਸ ਟਾਈਮ ਦੀਆਂ, ਇਸਤਰੀ ਨੂੰ ਸਹਿਧਰਮਣੀ ਕਿਹਾ ਜਾਂਦਾ ਸੀ। ਇਸਤਰੀ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ? ਸਹਿਧਰਮਣੀ ਦੇ ਨਾਲ। ਧਾਰਮਿਕ ਕਾਰਜਾਂ ਲਈ ਉੱਚਾ ਸਥਾਨ ਸੀ, ਠੀਕ ਹੈ ਜੀ, ਪੂਰੀ ਪ੍ਰਮੁੱਖਤਾ ਹੁੰਦੀ ਸੀ। ਸਤੀ ਪ੍ਰਥਾ ਪ੍ਰਚਲਿਤ ਨਹੀਂ ਸੀ ਇਸ ਟਾਈਮ 'ਤੇ, ਦੇਖੋ, ਠੀਕ ਹੈ, ਸਤੀ ਪ੍ਰਥਾ ਪ੍ਰਚਲਿਤ ਨਹੀਂ ਸੀ। ਬਾਲ ਵਿਆਹ ਅਤੇ ਪਰਦਾ ਪ੍ਰਥਾ ਵੀ ਪ੍ਰਚਲਿਤ ਨਹੀਂ ਸੀ। ਬਾਲ ਵਿਆਹ ਬਿਲਕੁਲ ਪ੍ਰਚਲਿਤ ਨਹੀਂ, ਭਾਵ ਸਮਾਜਿਕ ਬੁਰਾਈਆਂ ਹੈ ਨਹੀਂ ਸੀ, ਠੀਕ ਹੈ ਜੀ, ਬਾਅਦ 'ਚ ਸ਼ੁਰੂ ਹੁੰਦੀਆਂ। ਵਿਧਵਾ ਦਾ ਵਿਆਹ
ਦਿਓਰ ਨਾਲ ਕਰ ਦਿੱਤਾ ਜਾਂਦਾ ਸੀ। ਵਿਧਵਾ ਨੂੰ ਭਾਵ ਕੀ ਹੈ ਜੀ, ਵਿਆਹ ਕਰਾਉਣ ਦਾ ਅਧਿਕਾਰ ਸੀ। ਠੀਕ ਹੈ, ਹੁਣ ਵੀ ਆਪਣੇ ਕਲਚਰ ਦੇ ਵਿੱਚ ਇਹ ਲਗਭਗ ਹਿੱਸਾ ਹੈਗਾ। ਠੀਕ ਹੈ, ਮੌਜੂਦਾ ਦੌਰ ਦੇ ਵਿੱਚ ਵੀ ਪੇਂਡੂ ਖੇਤਰਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ। ਤਾਂ ਭਾਵ ਕੀ ਹੈ, ਵਿਧਵਾ ਵਿਆਹ ਵੀ ਅਧਿਕਾਰ ਸੀਗਾ, ਇਹ ਬੁਰਾਈ ਹੈ ਨਹੀਂ ਸੀ। ਠੀਕ ਹੈ, ਹੁਣ ਆਪਣੇ ਜਿਹੜਾ ਪੰਜਾਬ ਨੂੰ ਤਾਂ ਛੱਡੋ, ਆਪਾਂ ਜਿਹੜਾ ਜੇ ਯੂਪੀ ਇੱਧਰ ਬਿਹਾਰ ਹੋਰ ਸਟੇਟਾਂ ਦੇ ਵਿੱਚ ਦੇਖੋਗੇ ਤਾਂ ਉੱਥੇ ਤਾਂ ਬਹੁਤ ਬੁਰਾ ਹਾਲ ਹੈ। ਠੀਕ ਹੈ, ਇੱਥੋਂ ਤੱਕ ਕਿ ਹਰਿਆਣੇ ਦੇ ਵਿੱਚ ਵੀ ਇਹ ਚੀਜ਼ਾਂ 'ਤੇ ਪਾਬੰਦੀਆਂ ਰਹੀਆਂ ਹੁਣ ਤੱਕ। ਠੀਕ ਹੈ, ਅੰਗਰੇਜ਼ਾਂ ਦੇ ਨਾਲ ਲੜਦੇ ਰਹੇ ਆ ਲੋਕ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਹੈਗੀ ਮਨਾਹੀ ਕਰੋ, ਪਾਬੰਦੀ ਲਾਓ। ਬਾਲ ਵਿਆਹ, ਪਰਦਾ ਪ੍ਰਥਾ, ਵਿਧਵਾ ਵਿਆਹ, ਸਤੀ ਪ੍ਰਥਾ, ਇਹ ਸਮਾਜਿਕ ਬੁਰਾਈਆਂ ਹੈ ਨਹੀਂ ਸੀਗੀਆਂ। ਠੀਕ ਹੈ, ਭਾਵ ਕਿ ਇਹ ਸਮਾਜ ਬਹੁਤ ਵਧੀਆ ਸੀ। ਕਦੋਂ? ਰਿਗਵੈਦਿਕ ਕਾਲ ਦਾ ਸ਼ੁਰੂਆਤੀ ਸਮਾਂ। ਠੀਕ ਹੈ, ਲੇਟਰ ਵੈਦਿਕ ਕਾਲ ਦੇ ਵਿੱਚ ਇਹ ਸਾਰੀਆਂ ਬੁਰਾਈਆਂ ਆ ਜਾਣਗੀਆਂ। ਸੋ ਵੈਦਿਕ ਪੀਰੀਅਡ ਹੈ ਜਿਹੜਾ, ਉਹਦਾ ਆਗਮਨ ਬਹੁਤ ਵਧੀਆ, ਪਰ ਜਿਹੜੀ ਉਹਦੀ ਡਿਸਐਡਵਾਂਟੇਜ ਹੁੰਦੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਡਾਊਨਫਾਲ ਹੋ ਰਿਹਾ। ਠੀਕ ਹੈ, ਸਟੇਟਾਂ ਦੇ ਵਿੱਚ ਵੰਡਿਆ ਜਾ ਰਿਹਾ, ਰਾਜ ਪਾਵਰ 'ਚ ਜਿਹੜਾ ਹੈਗਾ ਅੱਗੇ ਵੱਧ ਰਿਹਾ, ਲੋਕ ਪਾਵਰ ਦੀ ਖਾਤਰ ਲੜ ਰਹੇ ਆ ਰਾਜਿਆਂ ਦੇ ਰੂਪ 'ਚ। ਠੀਕ ਹੈ, ਜਾਂ ਗਰੁੱਪਾਂ ਦੇ ਰੂਪ 'ਚ, ਤਾਂ ਉਦੋਂ ਇਹ ਬੁਰਾਈਆਂ ਆ ਜਾਂਦੀਆਂ। ਭਾਵ ਕੀ ਹੈ, ਜਿਹੜੇ ਆਰੀਅਨ ਦਾ ਆਗਮਨ ਆ ਉਹ ਬਹੁਤ ਡਿਵੈਲਪਡ ਹੈ। ਠੀਕ ਹੈ ਜੀ, ਬਹੁਤ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਚੰਗਾ ਹੈ, ਬੁਰਾਈਆਂ ਹੈ ਨਹੀਂ ਗੀਆਂ। ਅਤੇ ਜਿਹੜਾ ਉਹ ਜਦੋਂ ਵੰਡੇ ਜਾਂਦੇ ਆ, ਪਾਵਰਸ ਆ ਜਾਂਦੀਆਂ ਲੋਕਾਂ ਦੇ ਵਿੱਚ, ਹੋਰ ਗ੍ਰੰਥਾਂ ਦੀਆਂ ਰਚਨਾ ਹੋ ਜਾਂਦੀਆਂ। ਠੀਕ ਹੈ, ਵਿਦਵਾਨ ਆ ਜਾਂਦੇ ਆ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ, ਮਨੂ ਸਮ੍ਰਿਤੀ ਆ ਜਾਂਦੀ ਆ, ਆਪਾਂ ਕਹਿ ਸਕਦੇ ਹਾਂ। ਤਾਂ ਜਿਹੜਾ ਹੈਗਾ ਉਹ ਸਮਾਜ ਆ ਉਹਦੇ ਵਿੱਚ ਅੱਗੇ ਆ ਕੇ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਰਿਗਵੇਦ ਦੇ 10ਵੇਂ ਪੁਰਸ਼ ਸੂਤਕ ਵਿੱਚ ਕਿਹਾ ਗਿਆ, ਠੀਕ ਹੈ, ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਕਸ਼ੱਤਰੀ, ਪੇਟ ਤੋਂ ਵੈਸ਼, ਪੈਰਾਂ ਤੋਂ ਸ਼ੂਦਰ ਪੈਦਾ ਹੋਏ। ਇੱਥੇ ਜਿਹੜੀ ਹੈਗੀ ਹੈ ਸਮਾਜਿਕ ਵੰਡ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਤੋਂ ਸ਼ੁਰੂ ਹੋ ਜਾਂਦੀ ਹੈ। ਜਿਹੜਾ ਰਿਗਵੇਦ ਹੈ ਇਹਦੇ ਵਿੱਚ 10ਵਾਂ ਪੁਰਸ਼ ਸੂਤਕ ਜੋੜਿਆ ਗਿਆ। ਇਹ ਨਹੀਂ ਵੀ ਇਕੱਠੀ ਰਚਨਾ ਹੋਈ ਹੈ, ਬਹੁਤ ਟਾਈਮ ਲੱਗਿਆ। ਠੀਕ ਹੈ, ਇਹਦੇ ਵਿੱਚ ਜਦੋਂ 10ਵਾਂ ਸੂਤਕ ਜੋੜਿਆ ਗਿਆ ਨਾ, ਭਾਵ ਦਾ 10ਵਾਂ ਪਾਰਟ ਜੋੜਿਆ ਗਿਆ, ਜਦੋਂ ਉਹਦੇ ਵਿੱਚ ਇਹਨਾਂ ਨੇ ਵੰਡਤਾ। ਇਹ ਜੋੜਿਆ ਜਾਂਦਾ ਅਰਲੀ ਵੈਦਿਕ ਪੀਰੀਅਡ ਦੇ ਵਿੱਚ ਨਹੀਂ, ਲੇਟਰ ਵੈਦਿਕ ਪੀਰੀਅਡ ਦੇ ਵਿੱਚ ਇਹ ਸੂਤਕ ਜੋੜਿਆ ਜਾਂਦਾ। ਤਾਂ ਇਹਦੇ ਵਿੱਚ ਕੀ ਹੈ, ਜਿਹੜੇ ਬ੍ਰਹਮਾਚਾਰੀ ਹੈ, ਭਾਵ ਉਦੋਂ ਦੇ ਵਿਦਵਾਨ ਹੈ, ਠੀਕ ਹੈ, ਲੋਕ ਹੈ ਉਸ ਟਾਈਮ 'ਤੇ, ਉਹਨਾਂ ਨੇ ਕੀ ਹੈ, ਜਾਂ ਦਰੋਣਾਚਾਰੀ, ਉਹਨਾਂ ਨੇ ਕੀ ਹੈ, ਇਹਨੂੰ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਸਮਾਜਿਕ ਵੰਡ ਖੜੀ ਕਰਤੀ, ਜਿਹਦੇ ਨਤੀਜੇ ਆਪਣੇ ਇੰਡੀਆ ਦੇ ਵਿੱਚ ਅਜੋਕੇ ਦੌਰ ਦੇ ਵਿੱਚ ਆਪਾਂ ਭੁਗਤ ਰਹੇ ਹਾਂ। ਅਤੇ ਜਿੰਨਾ ਟਾਈਮ ਮੇਰੇ ਹਿਸਾਬ ਨਾਲ ਮਨੁੱਖ ਸੂਝਵਾਨ ਨਹੀਂ ਹੁੰਦਾ, ਜ਼ਿਆਦਾ ਗਿਆਨਵਾਨ ਨਹੀਂ ਹੁੰਦਾ, ਇਹ ਐਵੇਂ ਚੱਲਦਾ ਰਹੂਗਾ ਕਾਸਟ ਸਿਸਟਮ। ਠੀਕ ਹੈ, ਹੁਣ ਇਹਦੇ 'ਚ ਕੀ ਹੈ ਜੀ, ਦੇਖੋ ਰਿਗਵੇਦ ਦੇ 10ਵੇਂ ਪੁਰਸ਼ ਸੂਤਕ ਦੇ ਵਿੱਚ ਕਿਹਾ ਗਿਆ ਹੈ ਕਿ ਬ੍ਰਹਮਾ ਦੇ ਮੂੰਹ ਤੋਂ ਬ੍ਰਾਹਮਣ, ਬਾਹਾਂ ਤੋਂ ਕਸ਼ੱਤਰੀ, ਪੇਟ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ ਆ। ਠੀਕ ਹੈ, ਇਹਦੇ ਵਿੱਚ ਤੁਹਾਨੂੰ ਕੁਐਸਚਨ ਇਹ ਨਹੀਂ ਆ ਸਕਦਾ, ਕਿਉਂਕਿ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਜਾਤ ਪਾਤ ਦੀਆਂ ਜਾਂ ਉਹਨਾਂ ਹੱਦਾਂ ਦਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ। ਤਾਂ ਕਰਕੇ ਇਹਦੇ ਵਿੱਚ ਸਾਨੂੰ ਇਹ ਆ ਸਕਦਾ ਕਿ ਜਿਹੜੇ ਹੈਗੇ ਆ ਸਮਾਜ ਦੀ ਵੰਡ ਦੀ ਕਿਹੜੇ ਸੂਤਕ ਦੇ ਵਿੱਚ ਗੱਲ ਕੀਤੀ ਗਈ ਹੈ। ਠੀਕ ਹੈ, ਤਾਂ 10ਵੇਂ ਪੁਰਸ਼ ਸੂਤਕ ਦੇ ਵਿੱਚ, ਠੀਕ ਹੈ, ਸਮਾਜ ਦੀ 4 ਵਰਗਾਂ 'ਚ ਵੰਡ ਕੌਣ ਕਰਦਾ ਹੈ, ਕਿਹੜਾ ਸੂਤਕ ਕਰਦਾ, ਤਾਂ ਰਿਗਵੇਦ ਦਾ ਜਿਹੜਾ ਹੈਗਾ ਪੁਰਸ਼ ਸੂਤਕ 10ਵਾਂ ਕਰਦਾ ਹੈ। ਸੋ ਇਹੋ ਜਿਹਾ ਕੁਐਸਚਨ ਆ ਸਕਦਾ। ਇਹਨਾਂ ਦਾ ਸਭ ਤੋਂ ਵੱਧ ਮੰਨਿਆ ਜਾਣ ਵਾਲਾ ਦੇਵਤਾ ਕੌਣ ਹੈ ਜੀ? ਇੰਦਰ ਅਤੇ ਵਰੁਣ। ਹੁਣ ਦੇਖੋ, ਪਹਿਲਾਂ ਪਸ਼ੂਪਤੀ ਸੀ, ਸ਼ਿਵ ਸੀ। ਠੀਕ ਹੈ, ਇੱਥੇ ਆ ਕੇ ਜਿਹੜਾ ਫੇਮਸ ਦੇਵਤਾ ਜਿਹੜਾ ਸਭ ਤੋਂ ਵੱਧ ਮੰਨਿਆ ਜਾਂਦਾ, ਠੀਕ ਹੈ, ਸਭ ਤੋਂ ਵੱਧ ਮੰਨਿਆ ਜਾਂਦਾ ਦੇਵਤਾ ਇੰਦਰ ਹੈ ਅਤੇ ਵਰੁਣ ਹੈ। ਵਰੁਣ ਵਾਯੂ ਦੇਵਤਾ ਹੈ, ਇੰਦਰ ਜਿਹੜਾ ਹੈਗਾ ਯੁੱਧ ਦਾ ਅਤੇ ਮੀਂਹ ਦਾ ਦੇਵਤਾ ਹੈ। ਹੁਣ ਇੱਥੇ ਕੀ ਹੈ ਜੀ, ਸਭ ਤੋਂ ਪਿਆਰਾ ਪਸ਼ੂ ਕਿਹੜਾ ਸੀ ਇਹਨਾਂ ਦੇ ਲਈ? ਘੋੜਾ। ਠੀਕ ਹੈ, ਹੁਣ ਇਹ ਜਿਹੜਾ ਘੋੜਾ ਸ਼ਬਦ ਹੈ ਇਹ ਸਾਡੇ ਲਈ ਕੋਲ ਇੱਥੇ ਆਉਂਦਾ ਹੈ। ਜਿਹੜੀ ਇੰਡਸ ਸਿਵਲਾਈਜੇਸ਼ਨ ਆ ਉਹ ਘੋੜੇ ਤੋਂ ਜਾਣੂ ਨਹੀਂ, ਉਹਨਾਂ ਨੂੰ ਨਹੀਂ ਘੋੜੇ ਬਾਰੇ ਪਤਾ, ਉਹ ਸਾਨੂੰ ਕੋਈ ਪ੍ਰੂਫ ਨਹੀਂ ਮਿਲਦਾ ਘੋੜੇ ਦਾ। ਠੀਕ ਹੈ, ਜਾਂ ਪਾਲਤੂ ਪਸ਼ੂ ਦਾ, ਜਾਂ ਆਪਾਂ ਕਹਿ ਨਹੀਂ ਸਕਦੇ ਕਿ ਘੋੜੇ ਬਾਰੇ ਉਸ ਤਰ੍ਹਾਂ ਦੇ ਲੋਕ ਘੋੜੇ ਅਤੇ ਲੋਹੇ ਬਾਰੇ ਉਹ ਜਾਣੂ ਸੀ। ਇੱਥੇ ਇਹ ਚੀਜ਼ਾਂ ਦੋਨੇ ਡਿਵੈਲਪ ਹੋ ਜਾਂਦੀਆਂ ਮਨੁੱਖ ਦੇ ਵਿੱਚ। ਇੰਦਰ ਅਤੇ ਵਰੁਣ ਸਭ ਤੋਂ ਵੱਧ ਮੰਨੇ ਜਾਣ ਵਾਲੇ ਦੇਵਤਾ ਹੈ। ਸਭ ਤੋਂ ਪਿਆਰਾ ਪਸ਼ੂ ਹੈ ਘੋੜਾ। ਇੰਦਰ ਯੁੱਧ ਦਾ ਦੇਵਤਾ ਸੀ, ਇਸ ਲਈ ਇਹਨੂੰ ਕਿਲੇ ਤੋੜਨ ਵਾਲਾ ਦੇਵਤਾ ਵੀ ਕਿਹਾ ਜਾਂਦਾ। ਕਿਲੇ ਤੋੜਨ ਵਾਲਾ ਦੇਵਤਾ ਕੌਣ ਹੈ? ਇੰਦਰ। ਰਿਗਵੇਦ ਵਿੱਚ 1028 ਸੂਤਕ ਹਨ। ਠੀਕ ਹੈ ਜੀ, 1028 ਸੂਤਕ ਹੈ। ਮੰਤਰਾਂ ਦੀ ਗਿਣਤੀ ਹੈ ਜਿਹੜੀ 10,552 ਹੈ। ਇਸ ਨੂੰ 10 ਮੰਡਲਾਂ ਦੇ ਵਿੱਚ, ਭਾਵ 10 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਇਸ ਵਿੱਚ ਪਹਿਲਾ ਅਤੇ 10ਵਾਂ ਮੰਡਲ ਬਾਅਦ 'ਚ ਜੋੜੇ ਗਏ ਆ। ਠੀਕ ਹੈ ਜੀ, ਇਹ ਚੀਜ਼ ਇੰਪੋਰਟੈਂਟ ਹੈ। ਬਾਅਦ ਵਿੱਚ ਜੋੜੇ ਜਾਣ ਵਾਲੇ ਮੰਡਲ ਕਿਹੜੇ ਆ? ਪਹਿਲਾ ਅਤੇ 10ਵਾਂ। ਸਾਲਾਂ ਬੱਧੀ ਚੱਲਦਾ ਰਿਹਾ। ਰਿਗਵੇਦ ਦੀ ਰਚਨਾ ਜਿਹੜੀ ਐਵੇਂ ਨਹੀਂ ਵੀ ਇੱਕ ਜਣਾ ਲਿਖਣ ਲੱਗ ਗਿਆ ਨਾ ਅਤੇ ਉਹ ਲਿਖੀ ਗਿਆ। ਹੋਇਆ ਕਿ ਪਹਿਲਾਂ ਔਰਲ ਚੱਲਦੀ ਰਹੀ ਐਜੂਕੇਸ਼ਨ ਵੇਦਾਂ ਦੀ। ਰਿਗਵੇਦ ਦੀ ਸਭ ਤੋਂ ਪਹਿਲੀ ਰਚਨਾ
ਜਦੋਂ ਹੈਗੀ ਹੈ ਔਰਲ ਚੱਲਦੀ ਰਹੀ, ਜਦੋਂ ਹੌਲੀ 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 ਸਾਲਾਂ ਬੱਧੀ, ਠੀਕ ਹੈ, ਤਾਂ ਉਹਨੂੰ ਲਿਖਣ ਦੇ ਰੂਪ ਦੇ ਵਿੱਚ ਢਾਲਿਆ ਗਿਆ। ਭਾਵ ਕੀ ਹੈ, ਜਿਹੜਾ ਰਿਗਵੇਦ ਹੈ, ਜਿਹੜੀ ਉਹਦੀ ਐਜੂਕੇਸ਼ਨ ਹੈ ਵੇਦਾਂ ਦੀ, ਵੇਦ ਦੀ ਖਾਸ ਕਰਕੇ ਆਪਾਂ ਇੱਥੇ ਰਿਗਵੇਦ ਦੀ ਗੱਲ ਕਰ ਰਹੇ ਹਾਂ, ਤਾਂ ਉਹ ਪਹਿਲਾਂ ਮੂੰਹ ਜ਼ੁਬਾਨੀ ਚੱਲਦੀ ਰਹੀ ਹੈ ਪੀੜ੍ਹੀ ਦਰ ਪੀੜ੍ਹੀ ਦਰ, ਫਿਰ ਉਹਨੂੰ ਲਿਖਣ ਦਾ ਜਿਹੜਾ ਹੈਗਾ ਰੂਪ ਦਿੱਤਾ ਗਿਆ। ਜਦੋਂ ਉਹਨੂੰ ਲਿਖਿਆ ਗਿਆ ਫਿਰ ਭਾਵ ਕੀ ਹੈ, ਜੇ ਹੁਣ ਆਪਾਂ ਕਹਿ ਸਕਦੇ ਹਾਂ 100-200 ਸਾਲ 400 ਸਾਲ ਕਿੰਨੇ ਲੱਗੇ ਹੈ ਨਾ, ਉਹਦੇ ਵਿੱਚ ਕੀ ਹੈ, ਉਹ ਜਦੋਂ ਇਹ ਚੀਜ਼ ਆ ਗਈ ਤਾਂ ਉਹਦੇ ਉਦੋਂ ਬਾਅਦ 'ਚ ਫਿਰ ਉਹ 'ਚ ਪਹਿਲਾ ਅਤੇ 10ਵਾਂ ਮੰਡਲ ਜੁੜੇ ਗਏ ਜਿਨ੍ਹਾਂ ਨੇ ਕਾਸਟ ਸਿਸਟਮ ਨੂੰ ਡਿਵੈਲਪ ਕਰਤਾ। ਠੀਕ ਹੈ ਜੀ। ਸੋ ਇਹ ਸੀ ਸਾਡੀ ਅੱਜ ਦੀ ਕਲਾਸ, ਅਤੇ ਆਪਣੀ ਅਗਲੀ ਕਲਾਸ ਜੁਆਇਨ ਕਰਿਆ ਕਰੋ ਹਰ ਰੋਜ਼। ਸਾਰੇ ਜਿਹੜੇ ਹੈਗੇ ਆ ਸਾਡਾ ਚੈਨਲ, ਸਾਰੇ ਜਣੇ ਨੂੰ ਜਿੰਨੇ ਵੀ ਵਾਚ ਕਰਦੇ ਆ ਇਹਦੇ ਨਾਲ ਜੁੜੇ ਰਹੋ। ਸਾਡੀ ਜਿਹੜੀ ਹੈਗੀ ਆ ਤੁਸੀਂ ਪ੍ਰਮੋਟ ਕਰਕੇ ਸਾਨੂੰ ਸਾਡੀ ਮਦਦ ਕਰ ਸਕਦੇ ਹੋ। ਇਹ ਨੋਟਸ ਤੁਹਾਨੂੰ ਆਫਟਰ 1 ਮੰਥ ਹੈ ਜਿਹੜੇ ਉਹ ਮੁਹੱਈਆ ਕਰਵਾਏ ਜਾਣਗੇ PDF ਫਾਈਲ ਦੇ ਵਿੱਚ। ਸੋ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਤੁਹਾਨੂੰ ਇੱਕ ਹੋਰ ਬੇਨਤੀ ਕਰਦੇ ਹਾਂ ਦੁਬਾਰਾ ਫਿਰ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜੇ ਕਲਾਸ ਵਧੀਆ ਲੱਗੀ ਹੋਈ ਤਾਂ ਲਾਈਕ ਅਤੇ ਕਮੈਂਟ ਕਰੋ। ਥੈਂਕ ਯੂ। ਨਾਨਕ ਅਕੈਡਮੀ ਚੈਨਲ, ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਆਵਰ YouTube ਚੈਨਲ। ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਕਿਰਪਾ ਕਰਕੇ ਸਾਡੀ ਸਪੋਰਟ ਕਰਦੇ ਰਹੋ, ਸਾਡੇ ਨਾਲ ਜੁੜੇ ਰਹੋ।